ਜਦੋਂ ਤੁਸੀਂ ਕਿਸੇ ਨੂੰ ਲਾਰੇ ਇੰਨੇ ਜ਼ਿਆਦਾ ਲਾ ਦੋ ਜੀ ਤੁਸੀਂ ਉਮੀਦਾਂ ਝੂਠ ਇੰਨਾ ਜ਼ਿਆਦਾ ਬੋਲਤਾ ਪਹਿਲੇ ਤਾਂ ਮਤਲਬ ਇੱਥੇ ਤੱਕ ਗੱਲਾਂ ਵੀ ਚੰਦਰਮਾ ਤਾਰੇ ਤੋੜ ਕੇ ਲਿਆ ਦਾਂਗੇ ਜੀ ਸਰਕਾਰ ਦਾ ਕੰਮ ਨਹੀਂ ਹੈਗਾ ਜੀ ਐਮਐਲਏ ਕੰਧਾਂ 'ਚ ਵੱਜਦੇ ਫਿਰੀ ਜਾਂਦੇ ਆ ਕੋਈ ਰਜਿਸਟਰੀ ਤਹਿਸੀਲਦਾਰ ਦਫ਼ਤਰ ਤੁਰਿਆ ਫਿਰਦਾ ਹੈ ਕੋਈ ਸੜਕਾਂ ਦਾ ਮਟੀਰੀਅਲ ਚੈੱਕ ਕਰ ਰਿਹਾ ਜੀ ਲੋਕ ਸਰਕਾਰ ਬਣਾਉਂਦੇ ਆ ਐਮਐਲਏ ਦਾ ਕੰਮ ਹੁੰਦਾ ਲੈਜਿਸਲੇਸ਼ਨ ਡਿਵੈਲਪਮੈਂਟ ਦੇ ਲਈ ਕਾਉਂਸਲਰਸ ਹੁੰਦੇ ਆ ਸ਼ਹਿਰਾਂ ਦੇ ਵਿੱਚ ਪਿੰਡਾਂ 'ਚ ਵੀਡੀਓ ਨੇ ਪੰਚਾਇਤ ਹੈ ਇੱਕ ਸਿਸਟਮ ਹਰ ਥਾਂ ਬਣਿਆ ਹੁੰਦਾ ਹੈ ਸੋ ਹਰ ਸਿਸਟਮ ਜਦੋਂ ਤੁਸੀਂ ਆਪਣਾ ਕੰਮ ਛੱਡ ਕੇ ਦੂਜੇ ਦੇ ਕੰਮ 'ਚ ਇੰਟਰਫੇਅਰ ਕਰੋਗੇ ਤੇ ਫਿਰ ਸਰਕਾਰ ਦਾ ਇਹੀ ਹਾਲ ਹੋਊਗਾ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਵਰਕਿੰਗ ਸੀ ਜੀ ਉਹ ਹਰ ਬੰਦਾ ਚਲੋ ਆਪਣੇ ਹਿਸਾਬ ਨਾਲ ਹੋ ਸਕਦਾ ਉਹਨਾਂ ਨੂੰ ਲੱਗਦਾ ਠੀਕ ਸੀ ਬਟ ਉਹ ਲੋਕਾਂ ਨੂੰ ਬਾਈ ਐਂਡ ਲਾਰਜ ਇਸ ਟੈਨਿਓਰ 'ਚ ਪਿਛਲੇ ਟੈਨਿਓਰ ਦੀ ਨਹੀਂ ਇਸ ਟੈਨਿਓਰ ਦੀ ਗੱਲ ਕਰਦਾ ਕਿਤੇ ਨਾ ਕਿਤੇ ਲੋਕਾਂ ਨੂੰ ਪਸੰਦ ਨਹੀਂ ਸੀ ਆ ਰਹੀ ਯੰਗ ਲੀਡਰਸ਼ਿਪ ਕੋਲ ਕਮਾਂਡ ਗਈ ਹੈ ਜੀ ਤੇ ਇੱਕ ਮਿਹਨਤ ਦਾ ਪ੍ਰੋਸੈਸ ਹੈ ਜੀ ਚਲੋ ਅਸੀਂ ਤਾਂ ਅੱਗੇ ਕਹਿੰਦੇ ਸੀ ਵੀ ਕਾਰਪੋਰੇਸ਼ਨ ਦਾ ਉਦੋਂ ਇੱਕ ਹਵਾ ਹਨੇਰੀ ਬਣ ਗਈ ਉਹ ਲੋਕਾਂ ਦਾ ਗੁੱਸਾ ਸੀ ਨਿਕਲ ਗਿਆ ਬਟ ਅਸੀਂ ਕਾਉਂਸਲਰਸ ਸਾਡੇ ਜਿੱਤਣਗੇ ਅਸੀਂ ਹਾਊਸ ਬਣਾਵਾਂਗੇ 30% ਪਾਵਰ ਤਾਂ ਅੱਜ ਵੀ ਤੁਹਾਡੇ ਕੋਲ ਹੈ ਪਰ ਉਹ ਨਜ਼ਰ ਹੀ ਨਹੀਂ ਆਉਂਦੇ ਤੁਹਾਡੇ ਮੇਅਰ ਸਾਹਿਬ ਗਾਇਬ ਹੈ ਹੱਸ ਖੇਡ ਕੇ ਮਿਲਣਾ ਹੀ ਨਹੀਂ ਇੱਕ ਸਾਹਮਣੇ ਫੇਸ ਤੇ ਹੀ ਨਜ਼ਰ ਆ ਜਾਣਾ ਕਿ ਅਸੀਂ ਆਪਣੀ ਸ਼ਿਕਸਤ ਮਨਜ਼ੂਰ ਕਰੀ ਬੈਠੇ ਕੈਪੀਟਲ ਹੈਗੀ ਹੈ ਸਾਡੀ ਇਕਨੋਮਿਕਲ ਕੈਪੀਟਲ ਹੈਗੀ ਪੰਜਾਬ ਦੀ ਸਾਡੇ ਆਪਣੇ ਸ਼ਹਿਰ ਦੇ ਮੰਜੇ ਹੇਠੀ ਆਪਾਂ ਮਾਰ ਲਈਏ ਸੋਟਾ ਤੇ ਕਿਹੜੇ ਕਾਂਗਰਸ ਦੀ ਕੀ ਐਕਟੀਵਿਟੀ ਨਜ਼ਰ ਆ ਰਹੀ ਹੈ ਜੀ ਕੁਝ ਨਜ਼ਰ ਹੀ ਨਹੀਂ ਆ ਰਹੀ ਸਾਡੇ ਇੱਥੇ ਦੇ ਸਭ ਤੋਂ ਲੋਕਪ੍ਰਿਯ ਨੇਤਾ ਤੁਹਾਡੇ ਖਾਸ ਤੁਹਾਡੇ ਵੀ ਸਿਆਸੀ ਗੁਰੂ ਕਹਿ ਲਓ ਇੱਕ ਤਰ੍ਹਾਂ ਦੇ ਭਾਰਤੂ ਸ਼ਰਾਸ਼ੂ ਜਦੋਂ ਉਹਨਾਂ ਤੇ ਆਰੋਪ ਲੱਗੇ ਜਿੱਦਾਂ ਪਹਿਲਾਂ ਇਕੱਠੇ ਹੋ ਜਾਂਦੇ ਸੀ ਸਾਰੇ ਇਸ ਵਾਰੀ ਹਿੰਮਤ ਹੀ ਨਹੀਂ ਸੀ ਕਿਸੇ 'ਚ ਕੋਈ ਦੇਖਣ ਨੂੰ ਨਹੀਂ ਮਿਲਿਆ ਅਗਲੀ ਪਹਿਲਾਂ ਜਦੋਂ ਉਹਨਾਂ ਦੇ ਘਰ ਦੇ ਬਾਹਰ ਕੋਈ ਧਰਨਾ ਲੱਗਦਾ ਸੀ ਤਾਂ ਸਾਰੇ ਕਾਂਗਰਸੀ ਐ ਦੇਖਣ ਨੂੰ ਮਿਲਦੇ ਸੀ जनहितैषी टीआरपी नहीं खरीदते भरोसा जीतते हैं हम। ਸਤਿ ਸ਼੍ਰੀ ਅਕਾਲ ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਸੋ ਦੋਸਤੋ ਸੰਗਰੂਰ ਦੀ ਜਿਮਣੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਤੇ ਸਭ ਨੇ ਦੇਖ ਲਿਆ ਕਿ ਕਿੱਦਾਂ 100 ਦਿਨਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਤੋਂ ਆਮ ਜਨਤਾ ਦਾ ਮੋਹ ਭੰਗ ਹੋ ਗਿਆ ਖੁਦ ਸੀਐਮ ਭਗਵੰਤ ਮਾਨ ਦਾ ਹਲਕਾ ਹੋਵੇ ਜਿੱਥੋਂ ਖੁਦ ਜਿੱਤੇ ਹੋਣ ਔਰ 100 ਦਿਨਾਂ ਦੇ ਵਿੱਚ ਹੀ ਇਹ ਜੀ ਹਾਰ ਜਿਹੜਾ ਹੈਗਾ ਇਹਦੇ ਬਹੁਤ ਸਾਰੇ ਮਤਲਬ ਨਿਕਲਦੇ ਨੇ ਸੋ ਇਹ ਸਾਰੇ ਮੁੱਦਿਆਂ ਤੇ ਪੰਜਾਬ ਦੀ ਜਨਤਾ ਇਸ ਮੈਂਡੇਟ ਤੋਂ ਬਾਅਦ ਕਿੱਦਾਂ ਦਾ ਮੈਸੇਜ ਦੇਣਾ ਚਾਹ ਰਹੇ ਲੋਕਾਂ ਨੂੰ ਇਹ ਸਾਰੇ ਮੁੱਦਿਆਂ ਤੇ ਅੱਜ ਗੱਲਬਾਤ ਕਰਾਂਗੇ ਈਸ਼ਵਰਜੋਤ ਚੀਮਾ ਜੀ ਨਾਲ ਜਿਹੜੇ ਕਿ ਲੁਧਿਆਣਾ ਤੋਂ ਹਲਕਾ ਸਾਊਥ ਤੋਂ ਨੇਤਾ ਹੈਗੇ ਆ ਇੰਚਾਰਜ ਹੈਗੇ ਆ ਸੋ ਗੱਲਬਾਤ ਕਰਦੇ ਆ ਕਾਂਗਰਸ ਦੇ ਇਹ ਸ਼ਖਸੀਅਤ ਨਾਲ ਸੋ ਇਹਨਾਂ ਦੀ ਗੱਲਬਾਤ ਕਰਦੀ ਹੈ ਤੇ ਯੂਥ ਦੇ ਵਿੱਚੋਂ ਨਿਕਲ ਕੇ ਇਹ ਅੱਗੇ ਆਏ ਸੀਗੇ ਔਰ ਗਾਲਬ ਸਾਹਿਬ ਦੇ ਨਾਲ ਇਹਨਾਂ ਦੀ ਬਹੁਤ ਨਜ਼ਦੀਕੀਆਂ ਰਹੀਆਂ ਔਰ ਨਜ਼ਦੀਕੀਆਂ ਇੰਨੀਆਂ ਵੀ ਰਹੀਆਂ ਕਿ ਖੁਦ ਜਦੋਂ ਨਵੇਂ ਸੰਸਦ ਦੇ ਕੈਂਡੀਡੇਟ ਮੁਨੀਸ਼ ਤਿਵਾੜੀ ਵਰਗੇ ਆਏ ਤੇ ਇਹਨਾਂ ਨੇ ਗਾਲਬ ਸਾਹਿਬ ਦੇ ਨਾਲ ਜਾਣਾ ਸਹੀ ਸਮਝਿਆ ਆਪਣੇ ਉਸਤਾਦ ਦੇ ਨਾਲ ਜਾਣਾ ਸਹੀ ਸਮਝਿਆ ਪਾਰਟੀ ਨੂੰ ਸਾਈਡ ਤੇ ਕਰਤਾ ਉਸ ਦੌਰਾਨ ਸੋ ਗੱਲਬਾਤ ਕਰਦੇ ਆ ਸਾਰੇ ਹਮੇਸ਼ਾ ਕੰਟਰੋਵਰਸੀ 'ਚ ਰਹੇ ਈਸ਼ਵਰਜੋਤ ਚੀਮਾ ਜੀ ਨਾਲ ਸਰ ਸਤਿ ਸ਼੍ਰੀ ਅਕਾਲ ਅੱਛਾ ਜੀ ਇਹਨਾਂ ਤਾਂ ਕਦੇ ਹੋਏ ਨਹੀਂ ਜਿੰਨੀ ਤੁਸੀਂ ਕਹਿਤਾ ਸਰ ਤੁਹਾਨੂੰ ਬੰਦੇ ਨੂੰ ਆਪ ਨਹੀਂ ਲੱਗਦਾ ਬੰਦੇ ਨੂੰ ਆਪਣੇ 'ਚ ਨਹੀਂ ਲੱਗਦਾ ਆਪਣੇ ਗੁਣ ਪਤਾ ਨਹੀਂ ਲੱਗਦੇ ਲੋਕਾਂ ਤੋਂ ਪਤਾ ਲੱਗਦੇ ਜੀ ਸੋ ਅਸੀਂ ਸਾਡਾ ਤਾਂ ਫਰਜ਼ ਹੈ ਜੀ ਸੋ ਕੀ ਕਹਿਣਾ ਚਾਹੋਗੇ ਸਰ ਪੰਜਾਬ ਦੇ ਵਿੱਚ ਜਿੱਥੇ ਸਰਕਾਰਾਂ ਨੇ ਜਿੱਥੇ ਆਮ ਜਨਤਾ ਨੇ ਪਿਛਲੀਆਂ ਰਵਾਇਤੀ ਪਾਰਟੀਆਂ ਨੂੰ ਸਾਈਡ ਤੇ ਕੀਤਾ ਹੁਣ 100 ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਸਾਈਡ ਤੇ ਕਰਤਾ ਇੱਕ ਤਰ੍ਹਾਂ ਦਾ ਜੋ ਮੈਸੇਜ ਆਇਆ ਸੋ ਇਹ ਸਾਰੇ ਤੋਂ ਬਾਅਦ ਕੀ ਲੱਗਦਾ ਹੁਣ ਲੋਕਾਂ ਨੂੰ ਕੁਝ ਪਸੰਦ ਹੀ ਨਹੀਂ ਆ ਰਿਹਾ ਮਤਲਬ ਫਲੇਵਰ ਬਿਲਕੁਲ ਹੀ ਬਦਲ ਗਿਆ ਫਲੇਵਰ ਬਦਲ ਗਿਆ ਤਾਂ ਗੱਲ ਨਹੀਂ ਜੀ ਜੀ ਜਦੋਂ ਤੁਸੀਂ ਕਿਸੇ ਨੂੰ ਲਾਰੇ ਇੰਨੇ ਜ਼ਿਆਦਾ ਲਾ ਦੋ ਜੀ ਤੁਸੀਂ ਉਮੀਦਾਂ ਝੂਠ ਇੰਨਾ ਜ਼ਿਆਦਾ ਬੋਲਤਾ ਪਹਿਲੇ ਤਾਂ ਮਤਲਬ ਇੱਥੇ ਤੱਕ ਗੱਲਾਂ ਵੀ ਚੰਦਰਮਾ ਤਾਰੇ ਤੋੜ ਕੇ ਲਿਆ ਦਾਂਗੇ ਜੀ ਤੇ ਅਸਲੀਅਤ ਹੁਣ ਫੇਰ ਵੀ ਬਜਟ ਵੀ ਲੋਕ ਬਣਾਉਣਗੇ ਹੁਣ ਸਿਰਫ ਇਹ ਵੀ ਕਾਂਗਰਸੀ ਵੀ ਐ ਕਰਦੇ ਸੀ ਉਹ ਵੀ ਗਨਮੈਨ ਲੈ ਕੇ ਫਿਰਦੇ ਸੀ ਜੀ ਕਾਂਗਰਸੀ ਐਮਐਲਏ ਤੇ ਇਲਜ਼ਾਮ ਲਾ ਦੋ ਮੰਤਰੀਆਂ ਤੇ ਇਲਜ਼ਾਮ ਲਾ ਦੋ ਵੀ ਉਹ ਜੀ
ਵਿਜੀਲੈਂਸ ਉਹ ਚੋਰ ਬਜ਼ਾਰੀ ਸਰਕਾਰ ਦਾ ਕੰਮ ਨਹੀਂ ਹੈਗਾ ਜੀ। ਐਮਐਲਏ ਕੰਧਾਂ 'ਚ ਵੱਜਦੇ ਫਿਰੀ ਜਾਂਦੇ ਆ, ਕੋਈ ਰਜਿਸਟਰੀ ਤਹਿਸੀਲਦਾਰ ਦਫ਼ਤਰ ਤੁਰਿਆ ਫਿਰਦਾ ਹੈ, ਕੋਈ ਸੜਕਾਂ ਦਾ ਮਟੀਰੀਅਲ ਚੈੱਕ ਕਰ ਰਿਹਾ ਜੀ। ਲੋਕ ਸਰਕਾਰ ਬਣਾਉਂਦੇ ਆ, ਐਮਐਲਏ ਦਾ ਕੰਮ ਹੁੰਦਾ ਲੈਜਿਸਲੇਸ਼ਨ ਡਿਵੈਲਪਮੈਂਟ ਦੇ ਲਈ। ਕਾਉਂਸਲਰਸ ਹੁੰਦੇ ਆ ਸ਼ਹਿਰਾਂ ਦੇ ਵਿੱਚ, ਪਿੰਡਾਂ 'ਚ ਵੀਡੀਓ ਨੇ, ਪੰਚਾਇਤ ਹੈ, ਇੱਕ ਸਿਸਟਮ ਹਰ ਥਾਂ ਬਣਿਆ ਹੁੰਦਾ ਹੈ। ਸੋ ਹਰ ਸਿਸਟਮ ਜਦੋਂ ਤੁਸੀਂ ਆਪਣਾ ਕੰਮ ਛੱਡ ਕੇ ਦੂਜੇ ਦੇ ਕੰਮ 'ਚ ਇੰਟਰਫੇਅਰ ਕਰੋਗੇ ਤੇ ਫਿਰ ਸਰਕਾਰ ਦਾ ਇਹੀ ਹਾਲ ਹੋਊਗਾ। ਚੀਮਾ ਜੀ ਉਹ ਕਹਿੰਦੇ ਆ ਨਾ ਕਿ ਇੱਕ ਉਂਗਲੀ ਆਪਾਂ ਕਿਸੇ ਵੱਲ ਕਰਦੇ ਆ ਤੇ ਚਾਰ ਆਪਣੇ ਵੱਲ ਹੋ ਜਾਂਦੀਆਂ। ਸੋ ਉਹਨਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਪਹਿਲਾਂ ਤਾਂ ਕਾਂਗਰਸ, ਅਕਾਲੀ, ਬੀਜੇਪੀ ਉਹਨਾਂ ਨੂੰ ਵੀ ਇਹੀ ਮੈਂਡੇਟ ਮਿਲਿਆ। ਸੋ ਤੁਸੀਂ ਤਾਂ ਉਹ ਸੀਗੇ ਜਿਹੜੇ ਤਜਰਬੇਕਾਰ ਸੀ। ਆਮ ਆਦਮੀ ਪਾਰਟੀ ਦਾ ਤੁਸੀਂ ਆਪ ਵੀ ਕਹਿੰਦੇ ਹੋ ਕਿ ਇਹ ਤਾਂ ਨਾ ਤਜਰਬੇਕਾਰ ਨੇ। ਸੋ ਜੇ ਤਜਰਬੇਕਾਰਾਂ ਨੂੰ ਵੀ ਤਾਂ ਉਹੀ ਮੈਂਡੇਟ ਮਿਲਿਆ, ਕਿ ਇਹਦਾ ਮਤਲਬ ਤੁਸੀਂ ਲੋਕਾਂ ਨੇ ਵੀ ਓਨੇ ਹੀ ਝੂਠ ਬੋਲੇ ਸੀ, ਓਨਾ ਹੀ ਸਫੇਦ ਝੂਠ ਬੋਲਿਆ ਸੀਗਾ, ਤੁਹਾਨੂੰ ਵੀ ਤਾਂ ਹੀ ਉਹ ਮੈਂਡੇਟ ਮਿਲਿਆ। ਨਹੀਂ, ਕਿਤੇ ਨਾ ਕਿਤੇ ਚਲੋ ਸਾਡੇ ਕਿਤੇ ਨਾ ਕਿਤੇ ਗੈਪ ਇਸ ਚੀਜ਼ ਦਾ ਰਿਹਾ ਵੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਵਰਕਿੰਗ ਸੀ ਜੀ, ਉਹ ਹਰ ਬੰਦਾ ਚਲੋ ਆਪਣੇ ਹਿਸਾਬ ਨਾਲ ਹੋ ਸਕਦਾ ਉਹਨਾਂ ਨੂੰ ਲੱਗਦਾ ਠੀਕ ਸੀ, ਬਟ ਉਹ ਲੋਕਾਂ ਨੂੰ ਬਾਈ ਐਂਡ ਲਾਰਜ ਇਸ ਟੈਨਿਓਰ 'ਚ, ਪਿਛਲੇ ਟੈਨਿਓਰ ਦੀ ਮੈਂ ਇਸ ਟੈਨਿਓਰ ਦੀ ਗੱਲ ਕਰਦਾ, ਕਿਤੇ ਨਾ ਕਿਤੇ ਲੋਕਾਂ ਨੂੰ ਪਸੰਦ ਨਹੀਂ ਸੀ ਆ ਰਹੀ। ਤੇ ਜਦੋਂ ਉਹਨਾਂ ਨੂੰ ਚੇਂਜ ਕੀਤਾ ਗਿਆ ਤੇ ਜਿਸ ਤਰੀਕੇ ਨਾਲ ਚੇਂਜ ਹੋਏ ਤੇ ਸਾਡੀ ਲੀਡਰਸ਼ਿਪ ਤੋਂ ਵੱਖ-ਵੱਖ ਕਿਸਮ ਦੀਆਂ ਆਵਾਜ਼ਾਂ ਆਈਆਂ, ਉਹ ਕਿਤੇ ਨਾ ਕਿਤੇ ਜਿਵੇਂ ਕਹਿੰਦੇ ਪਾਰਟੀ ਦੇ ਪਤਨ ਦਾ ਕਾਰਨ ਬਣੇ। ਦੇਖੋ ਸਾਡੇ 'ਚ ਵੀ ਨਵੇਂ ਚਿਹਰੇ ਸੀ, ਸਾਡੇ 'ਚ ਵੀ ਉਹਨਾਂ ਗੋਲਡੀ ਲੜਿਆ, ਧੂਰੀ ਮੁੰਡਾ ਪੰਜਾਬ ਯੂਨੀਵਰਸਿਟੀ ਦੀ ਪੋਲਿਟਿਕਸ 'ਚ ਉੱਠ ਕੇ ਆਇਆ ਸੀਗਾ, ਰਾਜਾ ਬਲਿੰਗ ਪ੍ਰਧਾਨ ਹੈ, ਸਧਾਰਨ ਘਰ 'ਚ, ਉਹਦੇ ਕਿਹੜਾ ਕੋਈ ਪਿਓ ਦਾਦਾ ਮੰਤਰੀ ਸੀ। ਵਰਕਿੰਗ ਪ੍ਰਧਾਨ ਆਸ਼ੂ ਜੀ ਨੇ, ਉਹ ਕਿਹੜਾ ਕੋਈ ਪੋਲੀਟੀਕਲ ਫੈਮਿਲੀ 'ਚੋਂ ਸੀਗੇ। ਮਤਲਬ ਐਂ ਮੈਨੂੰ ਪਾਰਟੀ ਨੇ ਮੌਕਾ ਦਿੱਤਾ। ਮੇਰੇ ਤਾਂ ਫਾਦਰ ਆਰਮੀ ਸੀਗੇ, ਦੂਰ ਦਾ ਮੇਰੇ ਨਾਨਕਾ ਦਾਦਕਾ 'ਚੋਂ ਕਿਸੇ ਦਾ ਪੋਲੀਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਉਹ ਇਹਨਾਂ ਨੇ ਹਰ ਚੀਜ਼ ਨੇ ਕੈਪ ਇੱਕ ਲੋਕਾਂ ਦੇ ਮੂਹਰੇ, ਇੱਕ ਸੋਸ਼ਲ ਮੀਡੀਆ ਤੇ ਹੋਰ ਇੱਕ ਇਸ ਤਰੀਕੇ ਨਾਲ ਇੱਕ ਪਰਸੈਪਸ਼ਨ ਤੇ ਇੱਕ ਇਮੇਜ ਕ੍ਰੀਏਟ ਕਰਤੀ। ਸਾਡੇ ਥੋੜੀ ਇਨਫਾਈਟਿੰਗ ਦੇ ਵਿੱਚ ਪਾਰਟੀ ਉਲਝ ਗਈ, ਉਸ ਕਰਕੇ ਸਾਡੇ ਇੱਕ ਆਰਗੇਨਾਈਜ਼ਡ ਕੈਂਪੇਨ ਜਿਵੇਂ ਕਹਿੰਦੇ ਅਸੀਂ ਉੱਥੇ ਲੈ ਕੇ ਸਾਡੇ ਤੋਂ ਗਲਤੀਆਂ ਰਹੀਆਂ, ਕਿਤੇ ਨਾ ਕਿਤੇ ਅਸੀਂ ਨਹੀਂ ਕਨਵਿੰਸ ਕਰ ਸਕੇ, ਸਾਡੀ ਕਮਜ਼ੋਰੀ ਰਹੀ। ਸਰ ਗੱਲਬਾਤ ਕਰੀਏ, ਤੁਸੀਂ ਕਹਿ ਰਹੇ ਹੋ ਇੱਕ ਚੀਜ਼ ਬੜੀ ਅੱਛੀ ਲੱਗੀ, ਤੁਸੀਂ ਮੰਨੇ ਕਿ ਅਸੀਂ ਇਨ ਫਾਈਟ 'ਚ ਉਲਝ ਗਏ। ਤੁਸੀਂ ਕਹਿੰਦੇ ਹੋ ਕਿ ਅਸੀਂ ਕਰ ਨਹੀਂ ਪਾਏ। ਜੇ ਪਿਛਲੇ ਦੀ ਗੱਲ ਕਰੀਏ ਤਾਂ ਪ੍ਰਸ਼ਾਂਤ ਕਿਸ਼ੋਰ ਵਰਗੇ ਜਿਹੜੇ ਸਟ੍ਰੈਟੇਜਾਈਜ਼ਰ, ਉਹਨਾਂ ਨੇ ਤੁਹਾਡਾ ਸਟ੍ਰੈਟੇਜਾਈਜ਼ ਕੀਤਾ ਪਿਛਲਾ ਪੂਰਾ ਇਲੈਕਸ਼ਨ ਤੇ ਜਿੱਤੇ ਤੁਸੀਂ। ਪਰ ਉਹੀ ਇਸ ਵਾਰੀ ਆ ਕੇ ਕਹਿ ਗਏ ਸੀਗੇ ਕਿ ਘਰ ਕੈਪਟਨ ਤੋਂ ਬਾਅਦ ਨੋਵੇਅਰ ਕੈਪਟਨ ਦੀ ਇਹੋ ਜਿਹੀ ਗੱਲਾਂ ਹੋ ਗਈਆਂ। ਜਦੋਂ ਉਹਨਾਂ ਨੇ ਜ਼ਮੀਨੀ ਹਕੀਕਤ ਦੇਖੀ ਤੇ ਉਹਨਾਂ ਨੇ ਤੁਹਾਡੀ ਸਟ੍ਰੈਟਜੀ ਕਰਨ ਤੋਂ ਹੀ ਮਨਾ ਕਰਤਾ ਸੀਗਾ। ਸੋ ਜਦੋਂ ਬੰਦਾ ਵਾਅਦੇ ਕਰੇ, ਇਹਦਾ ਮਤਲਬ ਉਹਨਾਂ ਨੇ ਇੰਡਾਇਰੈਕਟ ਵਿੱਚ ਇਹੀ ਇਸ਼ਾਰਾ ਕੀਤਾ ਸੀ ਨਾ ਕਿ ਘਰ ਕੈਪਟਨ ਦਾ ਕੀ ਸੀ, ਘਰ ਨੌਕਰੀ, ਘਰ ਮਤਲਬ ਫੈਸਿਲਿਟੀਆਂ, ਤੇ ਜਦੋਂ ਪਹੁੰਚੇ ਨਹੀਂ ਤੇ ਇਹਦਾ ਮਤਲਬ ਤਾਂ ਵਾਅਦੇ ਵੀ ਤੁਸੀਂ ਉਹੀ ਕੀਤੇ ਹੋਏ ਸੀ। ਸਰ ਉਹੀ ਗੱਲ ਹੈ ਨਾ, ਜੇ ਕਿਤੇ ਨਾਨ ਪਰਫਾਰਮਿੰਗ ਰਹੇ ਹੈ ਕੈਪਟਨ ਸਾਹਿਬ ਵੱਲੋਂ ਤੇ ਕਿਤੇ ਨਾ ਕਿਤੇ ਸਾਨੂੰ ਪੇ ਕਰਨਾ ਪਿਆ। ਪਰ ਹਾਂ, ਇੱਕ ਸਾਡੇ ਕੋਲ ਕਿਤੇ ਨਾ ਕਿਤੇ ਚਲੋ ਇੰਨੇ ਲੰਬੇ ਟਾਈਮ ਤੋਂ ਪਾਰਟੀ ਚੱਲਦੀ ਹੈ, ਪਾਰਟੀ 'ਚ ਇੱਕ ਸੀਨੀਅਰ ਲੀਡਰਸ਼ਿਪ, ਇੱਕ ਤੁਹਾਡੇ ਕੋਲ ਬਹੁਤ ਵੱਡੀ ਇੱਕ ਲੀਡਰਸ਼ਿਪ ਦੀ ਕਤਾਰ ਤੇ ਲਾਈਨਾਂ ਹੋ ਜਾਂਦੀਆਂ, ਕਿਤੇ ਨਾ ਕਿਤੇ ਆ ਕੇ ਤੁਹਾਡਾ ਜਿਵੇਂ ਕਹਿੰਦੇ ਆ ਜਿਹੜਾ ਹਾਇਰ ਐਂਡ ਹੁੰਦਾ ਉਹ ਹੈਵੀ ਹੋ ਜਾਂਦਾ, ਟੌਪ ਕਲਾਸ ਹੈਵੀ ਹੋ ਜਾਂਦਾ। ਮਤਲਬ ਸੀਨੀਅਰਿਟੀ ਇੰਨੀ ਹੋ ਗਈ ਕਿ ਸਾਡੇ ਜੂਨੀਅਰਸ ਨੂੰ ਮੌਕਾ ਹੀ ਨਹੀਂ ਮਿਲ ਰਿਹਾ। ਉਹ ਕਿਤੇ ਨਾ ਕਿਤੇ ਸਾਡਾ ਟੌਪ ਹੈਵੀ ਸੀਗਾ। ਬਟ ਚਲੋ ਚੰਗਾ, ਜਿਵੇਂ ਕਹਿੰਦੇ ਆ ਇਹ ਵੀ ਪਾਰਟੀ ਲਈ ਇੱਕ ਚੰਗਾ ਟਾਈਮ ਹੁੰਦਾ, ਨੌਜਵਾਨਾਂ ਲਈ, ਸਾਡੇ ਵਰਗੇ ਲਈ ਜਿਹੜੇ ਮਿਹਨਤ ਕਰਕੇ ਮੂਹਰੇ ਆਏ ਨੇ, ਇੱਕ ਵਕਤ ਹੁੰਦਾ। ਸਰਕਾਰ 'ਚ ਤਾਂ ਕਿਸੇ ਨੇ ਅੱਗੇ ਨਹੀਂ ਆਉਣ ਦੇਣਾ ਹੁੰਦਾ। ਜਦੋਂ ਆਪੋਜੀਸ਼ਨ ਹੁੰਦੀ ਆ ਤੁਸੀਂ ਮਿਹਨਤ ਕਰਦੇ ਹੋ, ਨਵੇਂ ਚਿਹਰੇ ਨੇ, ਪੁਰਾਣੇ ਚਿਹਰੇ ਕੁਝ ਆਪ ਹੀ ਡਰਦੇ ਬਾਰੇ ਭੱਜੀ ਜਾਂਦੇ ਨੇ, ਕੁਝ ਆਪ ਵਾਲੇ ਵੀ ਇਹਨਾਂ ਦੀ ਕੋਸ਼ਿਸ਼ ਹੈ ਬਈ ਡਰਾ ਕੇ ਵਿਜੀਲੈਂਸ ਹੋਰ ਇੱਕ ਬੀਜੇਪੀ ਵੱਲ ਨੂੰ ਰਸਤਾ ਖੋਲਣ ਲੀਡਰਸ਼ਿਪ ਦਾ। ਸਰ ਮੈਂ ਇਹ ਪੁੱਛਣਾ ਚਾਹਾਂਗਾ ਕਿ ਅੱਜ ਜਿੱਥੇ ਦੇਖਿਆ ਸੀਗਾ ਕਿ ਕਿੱਥੇ ਪਿਛਲੀ ਵਾਰੀ ਜਿਹੜੇ ਹਾਰ ਤੋਂ ਬਾਅਦ ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਵਿਪਕਸ਼ ਇੱਕਦਮ ਡਾਊਨ ਹੋ ਗਿਆ ਸੀ ਪੰਜਾਬ ਦੇ ਵਿੱਚ, ਜਾਂ ਤੁਸੀਂ ਲੋਕੀ ਇਹ ਕਹਿ ਰਹੇ ਸੀ ਇਹਨਾਂ ਨੂੰ ਹਜੇ 90 ਦਿਨ ਹੋਏ ਆ, ਥੋੜਾ ਜਿਹਾ ਹਨੀਮੂਨ ਪੀਰੀਅਡ ਹੈ, ਵੱਖ-ਵੱਖ ਦਿਲਾਸੇ ਦਿੱਤੇ ਜਾ ਰਹੇ ਸੀ। ਅੱਜ ਹੁਣ 100 ਦਿਨਾਂ ਦੇ ਵਿੱਚ ਜਨਤਾ ਨੇ ਉਹਨਾਂ ਨੂੰ ਵੀ ਸ਼ੀਸ਼ਾ ਦਿਖਾ ਦਿੱਤਾ, ਜਿੱਦਾਂ ਰਵਾਇਤੀ ਪਾਰਟੀਆਂ ਨੂੰ ਸ਼ੀਸ਼ਾ ਦਿਖਾਇਆ ਸੀ, ਸੱਚਾਈ ਦਿਖਾਤੀ ਸੀ, ਉੱਦਾਂ ਆਮ ਆਦਮੀ ਨੂੰ ਵੀ ਦਿਖਾਤਾ ਸੀ। ਹੁਣ ਇਸ ਚੀਜ਼ ਤੋਂ ਬਾਅਦ ਜਿਹੜਾ ਵਿਪਕਸ਼ ਹੈ ਉਹ
ਇਸ ਤੋਂ ਕੀ ਮੈਸੇਜ ਲੈਂਦਾ ਹੈ, ਉਹ ਅਗਲੀ ਸਟ੍ਰੈਟਜੀ ਆਪਣੀ ਕੀ ਰੱਖੇਗਾ। ਗੱਲਬਾਤ ਕਰੀਏ ਤਾਂ ਪੰਜਾਬ 'ਚ ਕਾਂਗਰਸ ਦੂਸਰੀ ਵੱਡੀ ਪਾਰਟੀ ਹੈਗੀ ਹੈ। ਜੇ ਅੱਜ ਦੀ ਵੀ ਆਪਾਂ ਗੱਲ ਕਰੀਏ ਤਾਂ ਸ਼ਾਇਦ ਸਿਮਰਜੀਤ ਸਿੰਘ ਮਾਨ ਤੋਂ ਬਾਅਦ ਤੀਜੇ ਨੰਬਰ ਤੇ ਅੱਜ ਵੀ ਉੱਥੇ ਕਾਂਗਰਸ ਹੈਗਾ। ਬੀਜੇਪੀ ਤੇ ਅਕਾਲੀ ਤਾਂ ਬਹੁਤ ਪਿੱਛੇ ਹੈਗੇ। ਸੋ ਕਾਂਗਰਸ ਇਹਨੂੰ ਕਿੱਦਾਂ ਦੇਖਦੇ ਆ, ਕਿਉਂਕਿ ਆਉਣ ਵਾਲਾ ਇਲੈਕਸ਼ਨ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਇਲੈਕਸ਼ਨ ਹੈ ਉਹ ਬੜਾ ਇੰਪੋਰਟੈਂਟ ਹੈ। ਜਿੰਨੀ ਸਰਕਾਰ ਉੱਪਰ ਹੁੰਦੀ ਹੈ ਉਨੀ ਹੀ ਪੈਰਲਲੀ ਮਿਊਨਿਸਪਲ ਕਾਰਪੋਰੇਸ਼ਨ ਦੀ। ਇਹ ਤਾਂ ਇੱਕ ਉੱਥੇ ਇੱਕ ਸਿੰਬੋਲਿਕ ਮਾਨ ਸਾਹਿਬ ਨੂੰ ਉਸ ਏਰੀਏ ਚੋਂ ਬਿਲਕੁਲ ਸਪੋਰਟ ਪੈ ਗਈ ਨਾ। ਮਾਨ ਸਾਹਿਬ ਦਾ ਕੋਈ ਢਾਂਚਾ ਵੀ ਪੰਜਾਬ ਲੈਵਲ ਤੇ ਹੈ ਨਹੀਂਗਾ ਬਿਲਕੁਲ। ਪਰ ਹਾਂ ਇਹ ਸਾਡੇ ਲਈ ਜ਼ਰੂਰ, ਕਿਉਂਕਿ ਸਾਡਾ ਇੱਕ ਸਿਸਟਮ ਨਵਾਂ ਬਣ ਰਿਹਾ, ਲੀਡਰਸ਼ਿਪ ਨਵੀਂ ਉੱਭਰ ਰਹੀ ਹੈ ਜੀ, ਯੰਗ ਲੀਡਰਸ਼ਿਪ ਕੋਲ ਕਮਾਂਡ ਗਈ ਹੈ ਜੀ, ਤੇ ਇੱਕ ਮਿਹਨਤ ਦਾ ਪ੍ਰੋਸੈਸ ਹੈ ਜੀ। ਚਲੋ ਅਸੀਂ ਤਾਂ ਅੱਗੇ ਹੀ ਕਹਿੰਦੇ ਸੀ ਵੀ ਕਾਰਪੋਰੇਸ਼ਨ ਦਾ ਉਦੋਂ ਇੱਕ ਹਵਾ ਹਨੇਰੀ ਬਣ ਗਈ, ਉਹ ਲੋਕਾਂ ਦਾ ਗੁੱਸਾ ਸੀ ਨਿਕਲ ਗਿਆ, ਬਟ ਅਸੀਂ ਕਾਉਂਸਲਰਸ ਸਾਡੇ ਜਿੱਤਣਗੇ, ਅਸੀਂ ਹਾਊਸ ਬਣਾਵਾਂਗੇ ਜੀ। ਹੁਣ ਅੱਜ ਵਾਲੇ ਮੈਸੇਜ ਤੋਂ ਬਾਅਦ ਤਾਂ ਮੈਂ ਕਹਿੰਦਾ ਇੱਕ ਹੋਰ ਅੱਛਾ ਮੈਸੇਜ ਚਲਾ ਜਾਣਾ। ਹੁਣ ਤਾਂ ਆਮ ਜਿਹੜੀ ਪਰਸੈਪਸ਼ਨ ਵੀ ਇਹ ਚੀਜ਼ ਬਣ ਜਾਣੀ ਹੈ ਜੀ। ਪਰਸੈਪਸ਼ਨ ਇੱਕ ਸੱਚਾਈ ਹੈ, ਕਿਉਂਕਿ ਉਹਨਾਂ ਕੋਲ ਇਹੋ ਜਿਹੀ ਟੀਮ ਤੇ ਚਿਹਰੇ ਹੈ ਹੀ ਨਹੀਂ ਗੇ ਜਿਹੜੇ ਮਤਲਬ ਲੋਕਲ ਲੈਵਲ ਤੇ ਮੈਨੇਜ ਕਰ ਸਕਣ। ਤੇ ਫਿਰ ਵੀ ਸਾਡੇ ਜਿਹੜੇ ਲੀਡਰਸ਼ਿਪ ਹੈ ਥੱਲੇ ਘਰੋਂ ਘਰ ਡਿਲੀਵਰ ਕਰਦੀ ਹੈ, ਤੇ ਅਸੀਂ ਕਾਉਂਸਲਰਸ ਦਾ ਹਾਊਸ ਬਣਾਵਾਂਗੇ। ਸਰ ਕਿੱਦਾਂ ਬਣਾਉਂਗੇ? ਆਪਾਂ ਵੀ ਖੁਦ ਮਤਲਬ ਸ਼ਾਇਦ ਬੁਰਾ ਲੱਗੇ, ਉਹ ਇੱਕ ਕਹਾਵਤ ਹੁੰਦੀ ਸੀ ਬਚਪਨ 'ਚ ਕਿ ਅਸੀਂ ਇੱਕ ਸੁਪਨੇ ਦੇਖਦੇ ਹਾਂ, ਉਹ ਸੁਪਨੇ ਦੇਖਣ ਵਾਲੇ ਦੇ ਕਿ ਸਭ ਜਾਗਤੀ ਆਂਖੋਂ ਸੇ ਸੁਪਨੇ, ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਨਹੀਂ ਉਹਦੇ ਵਿੱਚ ਤੁਸੀਂ ਸਮਝਦਾਰ ਹੋ ਸਰ ਬਹੁਤ। ਮੈਂ ਕੀ ਕਹਿਣਾ, ਜਿਹੜੇ ਸਰੋਤੇ ਵੀ ਹੈ ਉਹ ਵੀ ਸਮਝ ਗਏ ਹੋਣੇ। ਮੈਨੂੰ ਇੱਕ ਗੱਲ ਦੱਸੋ, ਹਜੇ ਵੀ ਤੁਹਾਡੀ ਮਿਊਨਿਸਪਲ ਕਾਰਪੋਰੇਸ਼ਨ ਤੁਹਾਡੀ ਹੈ, ਜਦ ਦੇ ਵਿਧਾਨ ਸਭਾ ਚੋਣਾਂ 'ਚ ਤੁਹਾਡੇ ਵਿਧਾਇਕ ਹਾਰੇ ਨੇ, ਉਸ ਤੋਂ ਬਾਅਦ ਜਿਹੜੇ ਮੌਜੂਦਾ ਕਾਉਂਸਲਰਸ ਹੈਗੇ ਆ, ਮੇਅਰ ਤੁਹਾਡਾ ਆਪਣਾ, ਠੀਕ ਹੈ, ਜਿਹੜਾ 50% ਪਾਵਰ ਤਾਂ ਅੱਜ ਵੀ ਤੁਹਾਡੇ ਕੋਲ ਹੈ, ਪਰ ਉਹ ਨਜ਼ਰ ਹੀ ਨਹੀਂ ਆਉਂਦੇ। ਤੁਹਾਡੇ ਮੇਅਰ ਸਾਹਿਬ ਗਾਇਬ ਹੈ। ਮੈਨੂੰ ਐ ਲੱਗਦਾ, ਉਹ ਤਾਂ ਐ ਲੱਗਦਾ ਕਿ ਹੁਣੇ ਤੁਹਾਡੇ ਕਾਉਂਸਲਰ ਜਾਂ ਮੇਅਰ ਜਿਹੜੇ ਹਥਿਆਰ ਛੱਡ ਕੇ ਬਹਿ ਗਏ ਆ, ਉਹ ਤਾਂ ਹੁਣੇ ਮੰਨ ਗਏ ਆ ਕਿ ਅਸੀਂ ਮਤਲਬ ਡੀਮੋਰਲਾਈਜ਼। ਸਰ ਤੁਸੀਂ ਠੀਕ ਹੈ, ਹੁਣ ਤੁਸੀਂ ਮੰਨਣਾ ਨਹੀਂ ਮੰਨਣਾ ਉਹ ਤੁਹਾਡੇ ਤੇ ਹੈ, ਪਰ ਜੇ ਤੁਸੀਂ ਜਨਤਾ ਦੇ ਕੋਲ ਚੱਲ ਜਾਓ, 100 ਬੰਦਿਆਂ ਨੂੰ ਪੁੱਛ ਲਓ, ਇਸ ਟਾਈਮ ਤੁਹਾਡਾ ਮੇਅਰ, ਤੁਹਾਡੇ ਕਾਉਂਸਲਰਸ ਮਜਬੂਰੀ ਮਤਲਬ ਮੂੰਹ ਉਤਰੇ ਹੋਏ। ਇੱਕ ਬੰਦਾ ਕਹਿੰਦਾ ਜਦੋਂ ਹੱਸ ਖੇਡ ਕੇ ਮਿਲਣਾ ਹੀ ਨਹੀਂ, ਇੱਕ ਸਾਹਮਣੇ ਫੇਸ ਤੇ ਹੀ ਨਜ਼ਰ ਆ ਜਾਣਾ ਕਿ ਅਸੀਂ ਆਪਣੀ ਸ਼ਿਕਸਤ ਮਨਜ਼ੂਰ ਕਰੀ ਬੈਠੇ ਹਾਂ, ਤੇ ਫਿਰ ਸਾਹਮਣੇ ਵਾਲਾ ਕਿੰਨੀ ਕਿ ਤੁਹਾਡੀ ਮਦਦ ਕਰੇਗਾ। ਸਾਡੀ ਸਾਰੀ ਟੀਮ ਇੱਕ ਜਿਵੇਂ ਕਹਿੰਦੇ ਰਿਸਟ੍ਰੋਸਪੈਕਟ ਕਰਨ ਲੱਗੀ ਹੋਈ ਹੈ ਜੀ। ਅਸੀਂ ਦੁਬਾਰਾ ਸਾਰਾ ਕੁਝ ਰਿਲੀਜ਼ ਕਰ ਰਹੇ ਹਾਂ ਜੀ। ਤੇ ਕਿੱਥੇ ਕਸੂਰ ਰਿਹਾ ਜੀ? ਸਾਡੇ ਜਿਹੜੇ ਸੀਨੀਅਰ ਕਾਉਂਸਲਰਸ ਨੇ ਉਹ ਵੀ ਜਦੋਂ ਆਪਣੇ ਵਾਰਡ ਬੂਥ ਸਾਰੇ ਨੇ ਜੀ, ਤੇ ਸਾਰਿਆਂ ਨੂੰ ਇੱਕ ਗਿਲਾ ਵੀ ਹੈ ਜੀ ਵੀ ਕਿਉਂ ਹੋਇਆ ਸਾਡੇ ਨਾਲ, ਹੈ ਕੀ ਕਮੀਆਂ ਰਹੀਆਂ। ਉਹ ਦੇਖੋ ਇੱਕ ਚੀਜ਼ ਦਾ ਜ਼ਰੂਰ ਫਰਕ ਹੁੰਦਾ, ਜਿਹੜੇ ਤੁਹਾਡੇ ਕੰਮ ਨੇ, ਤੁਸੀਂ ਜਿਹੜੇ ਕੰਮ ਨੇ ਹਮੇਸ਼ਾ ਸਟੇਟ ਗਵਰਨਮੈਂਟ ਨਾਲ ਚੱਲ ਕੇ ਰਲ ਕੇ ਚੱਲਦੇ ਹੁੰਦੇ, ਫੰਡਸ ਉੱਥੋਂ ਆਉਣੇ ਨੇ, ਉਸ ਅਕੋਰਡਿੰਗਲੀ ਚਾਹੇ ਸੈਲਫ ਗਵਰਨਿੰਗ ਬੋਡੀ ਹੈ ਕਾਰਪੋਰੇਸ਼ਨ, ਪਰ ਫਿਰ ਵੀ ਡੇ ਟੂ ਡੇ ਵਰਕਿੰਗ ਬਹੁਤ ਜ਼ਿਆਦਾ ਉੱਥੋਂ ਤੁਸੀਂ ਕੰਮ ਲੈਣੇ ਹੁੰਦੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਚੋਂ। ਤੇ ਲੋਕਲ ਗਵਰਨਮੈਂਟ ਦਾ ਕੋਈ ਮੰਤਰੀ ਹੈ ਨਹੀਂਗਾ, ਭਗਵੰਤ ਮਾਨ ਜੀ ਕੋਲ ਮਹਿਕਮਾ ਉਹ ਕਦੀ ਉੱਥੇ ਗਏ ਨਹੀਂ। ਸੋ ਜਦੋਂ ਸਫਰ ਕਰਦਾ ਤੇ ਸਿਸਟਮ ਸਫਰ ਕਰਦਾ, ਸਿਸਟਮ ਸਫਰ ਕਰਦਾ, ਉਹਦਾ ਨਤੀਜਾ ਅੱਜ ਆਇਆ ਤੁਹਾਡੇ ਸਾਹਮਣੇ ਜੀ। ਵੀ ਜੋ ਕਦੀ 70 ਸਾਲਾਂ 'ਚ ਕੋਈ ਪਾਰਟੀ ਐ ਮੈਂਡੇਟ ਲੈ ਕੇ ਐ ਨਹੀਂ ਹਾਰੀ। ਆਜ਼ਾਦੀ ਤੋਂ ਬਾਅਦ ਤੁਸੀਂ ਸਾਰੇ ਹਿੰਦੁਸਤਾਨ 'ਚ ਦੇਖ ਲਓ ਵੀ ਕਿਸੇ ਪਾਰਟੀ ਨੂੰ ਐਡਾ ਵੱਡਾ ਮੈਂਡੇਟ ਮਿਲਿਆ ਹੋਏ, ਤੇ ਉਹ ਕਾਂਗਰਸ ਨੂੰ ਮਿਲਿਆ ਸੀ ਜੀ 1992 ਦੇ ਵਿੱਚ ਜਦੋਂ ਕੱਲੀ ਹੋਈ ਸੀਗੀ ਔਰ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਮਿਲੀ ਸੀ ਜੀ। ਕੱਲੀ ਪਾਰਟੀ ਨੂੰ ਮੈਂਡੇਟ ਮਿਲਿਆ ਸੀ। ਅਕਾਲੀ ਦਲ ਤਾਂ ਇਲੈਕਸ਼ਨ ਲੜਨ ਹੀ ਭੱਜ ਗਿਆ ਸੀ। 3 ਮਹੀਨੇ ਬਾਅਦ ਕਦੇ ਉਹ ਬਾਈਕਾਟ ਕਰਤਾ ਸੀ ਨਾ ਜੀ, ਉਹਨਾਂ ਨੇ ਇਲੈਕਸ਼ਨ ਨਹੀਂ ਲੜੇ ਸੀ ਕਿਉਂਕਿ ਉਦੋਂ ਖਾੜਕੂਵਾਦ ਸੀ, ਆਤੰਕਵਾਦ ਸੀ। ਕਦੀ ਐ 3 ਮਹੀਨੇ 'ਚ ਹਾਰੀ ਤਾਂ ਨਹੀਂ ਨਾ ਸਰਕਾਰ ਬੇਅੰਤ ਸਿੰਘ ਗਵਰਨਮੈਂਟ, ਕਦੀ ਉਹਨਾਂ ਨੇ ਐ ਤਾਂ ਨਹੀਂ ਲੱਡਾਊਨ ਹੋਏ ਨਾ ਜੀ। ਇਹ ਤਾਂ 3 ਮਹੀਨੇ 'ਚ ਮੈਂ ਤਾਂ ਉਹੀ ਕਹਿ ਰਿਹਾ, ਮੈਂ ਤੁਹਾਡੀ ਗੱਲ ਕਹਿ ਰਿਹਾ, ਪਰ ਉਦੋਂ ਦਾ ਆਪੋਜੀਸ਼ਨ ਡਟ ਕੇ ਖੜਾ ਸੀ। ਮੈਨੂੰ ਯਾਦ ਹੈ ਉਦੋਂ ਵੀ ਜਿਹੜੇ ਸਾਡੇ ਸਰਦਾਰ ਬਾਦਲ ਸਾਹਿਬ ਸੀਗੇ, ਵੱਡੇ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਆਪੋਜੀਸ਼ਨ 'ਚ ਰਹਿੰਦੇ ਹੋਏ ਬਕਾਇਦਾ ਧਰਨੇ ਲਾਏ ਸੀ ਲੁਧਿਆਣੇ ਤੇ ਚੰਡੀਗੜ੍ਹ ਰੋਡ ਤੇ, ਜਿਹੜੀ ਤੁਹਾਡੀ ਆਹ ਕਿਸਾਨਾਂ ਤੋਂ ਜ਼ਮੀਨ ਅਕਵਾਇਰ ਕੀਤੀ ਸੀ, ਧਰਨੇ ਲਾਏ ਸੀ। ਪਰ ਜੇ ਤੁਹਾਡੀ ਕਾਂਗਰਸੀਆਂ ਦੀ ਗੱਲ ਕਰੀਏ ਤਾਂ ਮੇਨ ਆਪੋਜੀਸ਼ਨ ਪਾਰਟੀ ਪੰਜਾਬ 'ਚ ਤੁਸੀਂ ਹੋ, ਪਰ ਤੁਹਾਡਾ ਮੈਂ ਲੁਧਿਆਣਾ ਜਿੱਥੇ ਕੈਪੀਟਲ ਹੈਗੀ ਹੈ, ਸਾਡੀ ਇਕਨੋਮਿਕਲ ਕੈਪੀਟਲ ਹੈਗੀ ਪੰਜਾਬ ਦੀ, ਸਾਡੇ ਆਪਣੇ ਸ਼ਹਿਰ ਦੇ ਮੰਜੇ ਹੇਠੀ ਆਪਾਂ ਮਾਰ ਲਈਏ ਸੋਟਾ, ਤੇ ਕਿਹੜੇ ਕਾਂਗਰਸ ਦੀ ਕੀ ਐਕਟੀਵਿਟੀ ਨਜ਼ਰ ਆ ਰਹੀ ਹੈ ਜੀ? ਕੁਝ ਨਜ਼ਰ ਹੀ ਨਹੀਂ ਆ ਰਹੀ। ਮਤਲਬ ਚਿਹਰੇ ਐ ਉਤਰੇ ਹੋਏ। ਖਾਸ ਕਰਕੇ ਗੱਲ ਕਰ ਲਈਏ ਸਾਡੇ ਇੱਥੇ ਦੇ ਸਭ ਤੋਂ ਲੋਕਪ੍ਰਿਯ ਨੇਤਾ, ਤੁਹਾਡੇ ਖਾਸ ਤੁਹਾਡੇ ਵੀ ਸਿਆਸੀ ਗੁਰੂ ਕਹਿ ਲਓ ਇੱਕ ਤਰ੍ਹਾਂ ਦੇ, ਭਾਰਤ ਭੂਸ਼ਣ ਆਸ਼ੂ, ਜਦੋਂ ਉਹਨਾਂ ਦੇ ਆਰੋਪ ਲੱਗੇ
ਜਿੱਦਾਂ ਪਹਿਲਾਂ ਇਕੱਠੇ ਹੋ ਜਾਂਦੇ ਸੀ ਸਾਰੇ, ਇਸ ਵਾਰੀ ਹਿੰਮਤ ਹੀ ਨਹੀਂ ਸੀ ਕਿਸੇ 'ਚ, ਕੋਈ ਦੇਖਣ ਨੂੰ ਨਹੀਂ ਮਿਲਿਆ। ਅਗਲੀ ਪਹਿਲਾਂ ਜਦੋਂ ਉਹਨਾਂ ਦੇ ਘਰ ਦੇ ਬਾਹਰ ਕੋਈ ਧਰਨਾ ਲੱਗਦਾ ਸੀ ਤਾਂ ਸਾਰੇ ਕਾਂਗਰਸੀ ਐ ਦੇਖਣ ਨੂੰ ਮਿਲਦੇ ਸੀ। ਇਸ ਵਾਰੀ ਮੂੰਹ ਐ ਉਤਰੇ ਹੋਏ ਸੀ, ਮਤਲਬ ਕਿਸੇ ਨੇ ਗਲਤੀ ਨਾਲ ਪੋਸਟ ਵੀ ਨਹੀਂ ਪਾਈ ਕਿ ਕਿਤੇ ਸਾਨੂੰ ਹੀ ਨਾ ਵਿਜੀਲੈਂਸ ਨੋਟਿਸ ਭੇਜ ਕੇ ਚੱਕ ਲਵੇ ਜਾਂ ਫੋਨ ਤੇ ਆ ਜਾਵੇ। ਸਰ ਤੁਸੀਂ ਮੰਨੋ ਨਾ ਮੰਨੋ ਜੀ, ਉਹ ਕੋਈ ਨਹੀਂ, ਉਹ ਐਵੇਂ ਇੱਕ ਬਣਾਇਆ ਜਾਂਦਾ ਹੁੰਦਾ ਹਾਈ ਤੇ, ਕੋਈ ਇਹ ਨਹੀਂ ਸੀ। ਸਾਰੇ ਅਸੀਂ ਬਰਨਾਲਾ ਇਲੈਕਸ਼ਨ 'ਚ ਬਿਜ਼ੀ ਸੀ। ਸਾਡੇ ਹੁਣ ਡਾਵਰ ਸਾਹਿਬ ਤੇ ਪਾਂਡੇ ਸਾਹਿਬ ਹੈਲਥ ਇਸ਼ੂਜ਼ ਕਰਕੇ ਨੇ, ਠੀਕ ਹੈ ਨਾ, ਉਹ ਆਪਣੇ ਉਹਨਾਂ ਦੇ ਨੀ ਰਿਪਲੇਸਮੈਂਟ ਲਈ ਡਾਵਰ ਸਾਹਿਬ ਨੇ ਉਹ ਰੈਸਟ ਨੇ ਕਿਤੇ ਆ ਜਾ ਨਹੀਂ ਸਕਦੇ। ਸੰਜੇ ਤਲਵਾਰ, ਆਸ਼ੂ ਜੀ, ਮੇਰੀ, ਸਾਡੀ ਡਿਊਟੀ ਸੀ ਸਾਰਿਆਂ ਦੀ, ਵੈਦ ਸਾਹਿਬ ਦੀ, ਸਾਡੀ ਡਿਊਟੀ ਬਰਨਾਲੇ ਲੱਗੀ ਹੋਈ ਸੀ। ਬਰਨਾਲੇ ਇਲੈਕਸ਼ਨ ਸੀਗਾ, ਪਰਸੋਂ ਤਾਂ ਜੀ ਇਲੈਕਸ਼ਨ ਦਾ ਪ੍ਰੋਸੀਜਰ ਸਾਰਾ ਖਤਮ ਹੋਇਆ, ਅਸੀਂ ਉੱਥੇ ਬਾਈ ਇਲੈਕਸ਼ਨ 'ਚ ਬਿਜ਼ੀ ਸੀਗੇ ਜੀ। ਉਸ ਤੋਂ ਪਹਿਲੇ ਕੰਟੀਨਿਊਸਲੀ, ਕਿਉਂਕਿ ਆਸ਼ੂ ਜੀ ਨੂੰ ਸਟੇਟ ਦਾ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ ਤੇ ਹਾਂ ਵਰਕਿੰਗ ਪ੍ਰੈਜ਼ੀਡੈਂਟ ਕਰਕੇ ਸਾਰੇ ਸਟੇਟ 'ਚ ਸਾਰੇ ਹੋਰ ਹੱਥ ਆਉਣਾ ਜਾਣਾ ਪੈਂਦਾ, ਸੋ ਉਹ ਵੀ ਇੱਕ ਪ੍ਰੈਸ਼ਰ ਸੀ। ਹੁਣ ਜਦੋਂ ਟੀਮ ਬਣ ਜੂਗੀ, ਜਦੋਂ ਲੁਧਿਆਣੇ ਜਦੋਂ ਪੀਸੀਸੀ ਦੇ ਆਫਿਸ ਬੇਅਰ ਬਣ ਜਾਣਗੇ, ਜਦੋਂ ਜ਼ਿੰਮੇਵਾਰੀਆਂ ਵੰਡੀਆਂ ਜਾਣਗੀਆਂ, ਜਦੋਂ ਡੀਸੀਸੀ ਪ੍ਰਧਾਨ ਬਣ ਜੂਗਾ, ਤੇ ਹਜੇ ਤਾਂ ਸਾਰਾ ਬੋਡੀ ਟੁੱਟੀ ਹੋਈ ਹੈ, ਭੰਗ ਹੈ। ਸੋ ਇਸ ਕਰਕੇ ਕਿਤੇ ਨਾ ਕਿਤੇ ਉਹ ਚੀਜ਼ ਤੁਹਾਨੂੰ ਐ ਲੱਗਦਾ ਇੱਕ ਗਰਮੀ ਇੰਨੀ ਹੈ, ਇਹ ਮਾਹੌਲ ਇਹੋ ਜਿਹਾ ਨਹੀਂ ਹੈਗਾ ਸੀ, ਕਿਉਂਕਿ ਸਾਰਿਆਂ ਦੇ ਫੋਕਸ ਸ਼ਿਫਟ। ਹੁਣ ਜਦੋਂ ਇੱਕ ਵਾਰੀ ਪਹਿਲੇ ਤੁਸੀਂ ਆਪਣਾ ਘਰ ਠੀਕ ਕਰ ਦਿਓ, ਢਾਂਚਾ ਬਣਦਾ, ਫਿਰ ਤੁਸੀਂ ਕੰਮ ਤੇ ਲੱਗਦੇ ਹੋ। ਤੇ ਇਹਨਾਂ ਨੇ ਇੱਕ ਕੰਮ ਫੜਿਆ ਹੋਇਆ ਸੀ ਕਿ ਤੁਸੀਂ ਲੀਡਰਸ਼ਿਪ ਨੂੰ ਡੈਮੇਜ ਕਰੋ, ਠੀਕ ਹੈ ਨਾ, ਇਹ ਲੀਡਰਸ਼ਿਪ ਇਹਨੂੰ ਡੈਮੇਜ ਕਰ ਦੋ। ਕਿਸੇ ਨੂੰ ਕੋਈ ਡਰ ਹੈ ਹੀ ਨਹੀਂ, ਕੋਈ ਕਿਸੇ ਦੇ ਮਨ 'ਚ ਇੱਕ ਪੈਸੇ ਵੀ ਵਹਿਮ ਨਹੀਂ, ਸਾਰਿਆਂ ਨੂੰ ਪਤਾ ਹੈ। ਦੱਸੋ, ਭਾਰਤ ਭੂਸ਼ਣ ਆਸ਼ੂ ਇੱਕ ਓਨੈਸਟ ਬੰਦਾ, ਜਿਹਨੇ ਆਪਣੀ ਕਨਸਟੀਚੁਐਂਸੀ ਲਈ ਕਿਹੜੀ ਡਿਵੈਲਪਮੈਂਟ ਦਾ ਕੰਮ ਜਿਹੜਾ ਮਤਲਬ ਉਹਨੇ ਸਫਰ ਹੋਣ ਦਿੱਤਾ, ਕਿਹੜੇ ਕੰਮ 'ਚ ਮਤਲਬ ਉਹਦੇ ਮਤਲਬ ਕਿਸੇ ਕਿਤੇ ਕਮੀ ਰਹੀ ਹੈ। ਤਾਂ ਹਾਂ ਚਲੋ, ਕਈ ਵਾਰੀ ਲੋਕਾਂ ਦਾ ਟੇਸਟ ਹੈ, ਲੋਕਾਂ ਦੇ ਕਈ ਵਾਰੀ ਤੁਸੀਂ ਬਹੁਤ ਦੇਰ ਤੁਹਾਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਸ਼ਾਇਦ ਸਾਡੇ ਕੋਲ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਬੰਦੇ ਨੇ ਡਿਵੈਲਪਮੈਂਟ ਦਾ ਕੰਮ ਕਰਤਾ ਉਹ ਓਨੈਸਟ ਹੈ। ਸਰ ਕਿਹੜੀ ਬੇਈਮਾਨੀ ਕਿਹਾ ਮੈਂ ਥੋੜੀ ਕਿਹਾ, ਮੈਂ ਬੇਈਮਾਨੀ ਦੀ ਤਾਂ ਮੈਂ ਗੱਲ ਹੀ ਨਹੀਂ ਕੀਤੀ। ਸਰ ਐਡੇ ਲੰਬੇ ਪੋਲੀਟੀਕਲ ਕੈਰੀਅਰ, ਫਿਰ ਤਾਂ ਸੁਣੋ ਐਡੇ ਲੰਬੇ ਪੋਲੀਟੀਕਲ ਕੈਰੀਅਰ 'ਚ ਐਲੀਗੇਸ਼ਨ ਨਹੀਂ ਮੈਂ ਗੱਲ ਕਰਦਾ, ਹਾਂ ਕੋਈ ਚੀਜ਼ ਸਬਸਟੈਂਸ਼ੀਅਲ ਉਹਦੇ ਖਿਲਾਫ ਕਰਪਸ਼ਨ ਵਾਲੀ ਆਈ ਹੈ ਉਹਦੇ ਫੈਮਿਲੀ ਦੀ, ਆ ਵੀ ਜਿਹੜੀ ਚੀਜ਼ ਹੈ ਇਹਦੇ 'ਚ ਸਾਰੀ ਕੋਈ ਅਗਰ ਟੈਂਡਰ ਦਿੱਤੇ ਜਾਂਦੇ ਉਹਦਾ ਡਿਪਟੀ ਡਾਇਰੈਕਟਰ ਰੈਂਕ ਦੇ ਈ ਟੈਂਡਰਿੰਗ ਹੁੰਦੀ ਹੈ। 3 ਸਾਲ ਡੀਸੀਆਂ ਨੇ ਦਿੱਤੇ ਨੇ 18-19 ਤੱਕ, ਕੋਵਿਡ ਦਾ ਟਾਈਮ ਤੋਂ ਡਿਪਾਰਟਮੈਂਟ ਦੇਣ ਲੱਗੇ ਆ, ਉਹ ਕਮੇਟੀਆਂ ਬਣੀਆਂ ਹੁੰਦੀਆਂ, ਈ ਟੈਂਡਰਿੰਗ ਹੁੰਦੀ ਹੈ, ਤੇ ਈ ਟੈਂਡਰਿੰਗ ਨਾਲੋਂ ਟ੍ਰਾਂਸਪੇਰੈਂਟ ਸਿਸਟਮ ਹੀ ਸਾਰੇ ਦੁਨੀਆ 'ਚ ਹੈ ਨਹੀਂ ਜੀ, ਤੇ ਉਹ ਕਰ ਲੈਣਾ। ਪਰ ਇਹਦੇ ਵਿੱਚ ਕੁਝ ਲੋਕਾਂ ਦੇ ਇਦਾਂ ਦੇ ਕੁਐਸਚਨ ਜ਼ਰੂਰ ਆਏ। ਦੇਖੋ ਕਹਿੰਦੇ ਮਿਸਾਲਾਂ ਦਾ ਅੱਜ ਕੱਲ੍ਹ ਇਦਾਂ ਦੀਆਂ ਹੋ ਗਈਆਂ ਕਿ ਉਹ ਬੰਦਾ ਕਹਿੰਦਾ ਜੀ ਮਿਸਾਲ ਕੋਈ ਵੀ ਦੇ ਦਿੰਦਾ, ਪਰ ਥੋੜਾ ਜਿਹਾ ਜੇ ਆਪਾਂ ਝਾਤੀ ਮਾਰੀਏ, ਐ ਨਹੀਂ ਲੱਗਦਾ ਕਿ ਪਿਛਲੀ ਕਾਂਗਰਸ ਸਰਕਾਰ 'ਚ, ਮੈਂ ਇਕੱਲੇ ਆਸ਼ੂ ਜੀ ਦੀ ਨਹੀਂ ਗੱਲ ਕਰ ਰਿਹਾ, ਪੂਰੀ ਪੰਜਾਬ ਸਰਕਾਰ 'ਚ ਜਿਹੜੇ ਬੈਨੀਫਿਸ਼ਰੀ ਸੀਗੇ ਉਹ ਸਿਰਫ ਸਿਲੈਕਟਡ ਦੇ ਬੰਦੇ ਤੱਕ ਹੀ ਰਹਿ ਗਿਆ ਸੀਗਾ। ਚਾਹੇ ਈ ਟੈਂਡਰਿੰਗ ਦਾ, ਦੇਖੋ ਸ਼ੱਕ ਹੋਣਾ ਨਾ ਇੱਕ ਵਾਜਬ ਹੁੰਦਾ ਹੈ ਜਦੋਂ ਆਪਾਂ ਈ ਟੈਂਡਰਿੰਗ ਦਾ ਨਾਮ ਤਾਂ ਲੈਂਦੇ ਆ, ਪਰ ਜਿਵੇਂ ਅਸੀਂ ਨਹੀਂ ਕਿਹਾ, ਤੁਹਾਡੇ ਆਪਣੇ ਹੀ ਕਾਂਗਰਸ ਦੇ ਹੀ ਬੰਦਿਆਂ ਨੇ ਉਸ ਵੇਲੇ ਕੁਝ ਆਰੋਪ ਲਗਾਏ ਸੀ। ਤੇ ਗੱਲਬਾਤ ਕਰੀਏ ਤਾਂ ਇੰਪਰੂਵਮੈਂਟ ਟਰਸਟ ਦੀ ਜਿਹੜੀ ਜ਼ਮੀਨ ਦੀ ਅਲਾਟਮੈਂਟ ਹੋਈ ਸੀ ਉਹ 'ਚ ਅਸੀਂ ਤਾਂ ਨਹੀਂ ਬੋਲੇ ਸੀ, ਵਿਰੋਧੀ ਤਾਂ ਬਾਅਦ 'ਚੋਂ ਬੋਲੇ ਸੀ। ਜੇ ਗੱਲਬਾਤ ਕਰੀਏ ਤਾਂ ਆਪਣੇ ਹੀ ਤੁਹਾਡੇ ਕਾਂਗਰਸ ਦੇ ਟਰਸਟੀ ਨੇ ਆਰੋਪ ਲਾਤਾ ਸੀ ਜੀ 125 ਕਰੋੜ ਮੈਂ ਦੇ ਦਿੰਦਾ, ਤੇ ਇੱਕ ਮਿੰਟ ਸਰ, ਆਰੋਪ ਮੇਰੀ ਨਹੀਂ ਉਹਨਾਂ ਨੇ ਤਾਂ ਆਫਰ ਕਰਤੀ ਸੀ 125 ਕਰੋੜ ਮੇਰੇ ਤੋਂ ਲੈ ਲਓ ਜੀ। ਜੇ ਦੇਖਿਆ ਜਾਏ ਤਾਂ ਉਹ ਤੁਹਾਡਾ ਹੀ ਟਰਸਟੀ ਸੀ ਨਾ, ਤੁਹਾਡਾ ਹੀ ਕਾਂਗਰਸੀ ਸੀ। ਸਰ ਆਰੋਪ, ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ, ਐਲੀਗੇਸ਼ਨਸ ਕਹਿਣਾ, ਪੋਲੀਟੀਕਲੀ ਬੋਲਣਾ ਬਹੁਤ ਈਜ਼ੀ ਹੁੰਦਾ, ਸਬਸਟੈਂਸ਼ੀਅਲੀ ਕੁਝ ਪੁੱਟ ਅਪ ਕਰਨਾ ਤੇ ਫਿਰ ਉਸ ਤੋਂ ਬਾਅਦ ਕਰਾ ਲੈਂਦੇ, ਉੱਥੇ ਜਾ ਕੇ ਗਵਰਨਮੈਂਟ ਨੂੰ ਲਿਖ ਕੇ ਦੇ ਕੇ ਟੈਂਡਰਿੰਗ ਕਰਾ ਲੈਂਦੇ। ਆਪ ਟਰਸਟੀ ਸੀਗੇ, ਪਹਿਲੇ ਪਾਉਂਦੇ, ਬਾਅਦ ਚ ਰੌਲਾ ਪਾਉਂਦਾ ਕੀ ਫਾਇਦਾ, ਉਹਦੇ ਸਾਹਮਣੇ ਸਾਰਾ ਕੁਝ ਹੋਇਆ। ਤੁਹਾਡੇ ਇਨ ਫਾਈਟਿੰਗ ਹੈ ਨਾ ਸਰ, ਸੰਤਾ ਭਾਂਡੇ ਖੜਕਣਗੇ ਪੜੋਸੀਆਂ ਨੂੰ ਤਾਂ ਬਾਅਦ ਚ ਪਤਾ ਲੱਗਦਾ ਅਸੀਂ ਤਾਂ ਪੜੋਸੀ ਹੈ ਜੀ। ਨਹੀਂ ਮੈਂ ਉਸ ਗੱਲ ਨੂੰ ਨਹੀਂ, ਘਰ ਚ ਭਾਂਡੇ ਦੇ ਖੜਕਣ ਤੋਂ ਪਹਿਲਾਂ ਤੁਸੀਂ ਵੀ ਸੋਚਣਾ। ਮੈਂ ਉਸ ਗੱਲ ਨੂੰ ਬਿਲਕੁਲ ਨਹੀਂ ਡਿਨਾਈ ਕਰਦੀ, ਪਰ ਇਹ ਤਾਂ ਕਿਤੇ ਨਾ ਕਿਤੇ ਚਲੋ ਉਹਨਾਂ ਦਾ ਆ ਗਿਆ ਲੋਕਲ ਲੈਵਲ ਤੇ, ਇਹ ਜਿਹੇ ਛੋਟੇ ਮੋਟੇ ਜਿਹੜੇ ਫੁਟਕਲ ਹੁੰਦੇ ਨੇ ਆਪੇ ਉਹਦੀ ਇਨਕੁਆਇਰੀ ਹੋਊਗੀ, ਪਤਾ ਲੱਗ ਜਾਊਗਾ ਕੀ ਹੈ ਕੀ ਨਹੀਂ ਜੀ। ਚਲੋ ਕੁੱਲ ਮਿਲਾ ਕੇ ਹੁਣ ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਇਹ ਇਲੈਕਸ਼ਨਾਂ ਦੇ ਰਿਜ਼ਲਟ ਤੋਂ, ਨਤੀਜਿਆਂ ਤੋਂ ਕਾਂਗਰਸ, ਖਾਸ ਕਰਕੇ ਤੁਸੀਂ ਵੀ ਆਪਣੇ ਹਲਕੇ ਦੇ ਇੰਚਾਰਜ ਹੋ, ਸਾਊਥ ਹਲਕੇ ਤੋਂ, ਤੁਹਾਡੀ ਵੀ ਕਹਿ ਲਓ ਇਸ ਮੈਂਡੇਟ ਦੇ ਵਿੱਚ ਹਾਰ ਹੋਈ ਹੈ, ਪਹਿਲਾ ਇਲੈਕਸ਼ਨ ਸੀਗਾ, ਸੋ ਤੁਸੀਂ ਆਪਣੇ ਕਾਉਂਸਲਰਸ ਨੂੰ, ਕਿਉਂਕਿ ਹਜੇ ਸਟਾਰਟ ਹੋਏ ਹੈ, ਕਾਉਂਸਲਰਸ ਨੂੰ ਕਿੱਦਾਂ ਬੂਸਟ ਅਪ ਕਰੋਗੇ ਜਾਂ ਕੀ ਅਗਲੀ ਸਟ੍ਰੈਟਜੀ ਦੇਵੋਗੇ, ਕਿੱਦਾਂ ਦੀ ਸਟ੍ਰੈਟਜੀ ਰੱਖੋਗੇ ਕਿ ਹੁਣ ਅਗਲਾ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਅੱਧੀ ਸਰਕਾਰ ਹੁੰਦੀ ਖਾਸ ਕਰਕੇ। ਬਿਲਕੁਲ ਸਰ, ਉਹ
ਬਿਲਕੁਲ ਇਸੇ ਚੀਜ਼ ਦੇ ਉੱਤੇ ਵਰਕਆਊਟ ਕਰ ਰਹੇ ਆ, ਮਿਹਨਤ ਕਰਨ ਲੱਗੀ ਹੋਈ ਹੈ ਪਾਰਟੀ ਜੀ, ਬੰਦੇ ਸਿਲੈਕਸ਼ਨ ਦੇ ਉੱਤੇ ਲੱਗੇ ਹੋਏ ਆ ਜੀ, ਜਿਹੜੇ ਕਿਤੇ ਨਾ ਕਿਤੇ ਕੁਝ ਕਿਉਂਕਿ ਜਦੋਂ ਤੁਹਾਡੇ ਤਰੀਕੇ ਬਦਲਦੇ ਅੱਜ ਕੱਲ ਸੋਸ਼ਲ ਮੀਡੀਆ ਥੋੜਾ ਜ਼ਿਆਦਾ ਇਫੈਕਟਿਵ ਹੋ ਗਿਆ ਜੀ, ਤੁਹਾਡਾ ਲੋਕਾਂ ਦਾ ਪ੍ਰਚਾਰ ਦੇ ਤਰੀਕੇ ਬਦਲ ਗਏ, ਅੱਗੇ ਰੈਲੀਆਂ ਦੂਜੇ ਹੁੰਦੇ ਸੀਗੇ, ਹੁਣ ਸਿਸਟਮ ਬਦਲੇ ਨੇ। ਸੋ ਬਦਲੇ ਸਿਸਟਮ ਨਾਲ ਆਪਣੇ ਕੈਂਡੀਡੇਟਸ ਨੂੰ ਕਿਵੇਂ ਲੋਕਾਂ ਤੱਕ ਜਾਣਾ ਹੈ, ਕਿਵੇਂ ਸ਼ਾਇਦ ਅਸੀਂ ਜੋ ਕੰਮ ਕੀਤੇ ਸੀ ਉਹ ਲੋਕਾਂ ਤੱਕ ਠੀਕ ਤਰੀਕੇ ਨਾਲ ਪ੍ਰਾਪਤੀਆਂ ਨਹੀਂ ਲੈ ਕੇ ਜਾ ਸਕੇ, ਕਿਤੇ ਨਾ ਕਿਤੇ ਗਵਰਨਮੈਂਟ ਦੀਆਂ ਪ੍ਰਾਪਤੀਆਂ ਅੱਜ ਲੋਕ ਅਸੀਂ ਜਦੋਂ ਗਏ ਆ ਬਰਨਾਲੇ ਲੋਕ ਚਿੱਤੇ ਕਰਦੇ ਸੀ ਵੀ ਇਹਨਾਂ ਤਾਂ ਚੰਨੀ ਸਾਹਿਬ ਚੰਗੇ ਸੀ, ਠੀਕ ਰੇਟ ਤੇ ਬਿਜਲੀ ਸੀ, ਆਉਂਦੀ ਵੀ ਸੀ, ਹੁਣ ਨਾ ਘਟਾਈ ਸਗੋਂ ਵਧਾਤੀ ਤੇ ਆਉਂਦੀ ਵੀ ਨਹੀਂ। ਜਦੋਂ ਦੇਖੋ ਇੱਕ ਪਹਿਲੇ ਤੁਸੀਂ ਇਕੱਲਾ ਬੰਦਾ ਬੋਲਦਾ ਹੈ ਮੈਦਾਨ 'ਚ ਤੇ ਉਹਦੇ ਕੋਲ ਕੋਈ ਤਜਰਬਾ ਨਹੀਂ ਹੁੰਦਾ, ਅਗਲਾ ਕਹਿੰਦਾ ਸ਼ਾਇਦ ਇਹ ਆ ਕੇ ਕਰਦੇ, ਪਰ ਜਦੋਂ ਤੁਹਾਨੂੰ ਬੈਠ ਕੇ ਪਰਫਾਰਮ ਕਰਨਾ ਪੈਂਦਾ ਹੈ, ਪਰਫਾਰਮ ਕਰਨ ਦੇ ਵਿੱਚ ਬਹੁਤ ਫਰਕ ਹੈ। ਇਹਨਾਂ ਨੇ ਜਿੰਨੇ ਲਾਰੇ ਲਾਏ ਸੀ ਜੇ ਪਰਫਾਰਮ ਨਹੀਂ ਕਰ ਸਕੇ ਤੇ 3 ਮਹੀਨਿਆਂ 'ਚ ਹੱਲ ਹੋਇਆ ਜੀ। ਹੁਣ ਵੀ ਤੁਸੀਂ ਓਨੈਸਟਲੀ ਦੱਸੋ, ਐਮਐਲਏ ਦਾ ਕੰਮ ਹੁੰਦਾ ਹੈ ਲੈਜਿਸਲੇਸ਼ਨ, ਐਮਐਲਏ ਦਾ ਕੰਮ ਹੁੰਦਾ ਕਾਨੂੰਨ ਬਣਾਉਣਾ ਵੀ ਲੋਕਾਂ ਦੀ ਰੋਜ਼ਮਰਰਾ ਦੀ ਜ਼ਿੰਦਗੀ ਆਸਾਨ ਹੋਏ। ਕਿਹੜੇ ਐਮਐਲਏ ਦਾ ਉੱਥੇ ਫੋਕਸ ਹੈ? ਤੁਸੀਂ ਸਵੇਰ ਤੋਂ ਸ਼ਾਮ ਤੱਕ ਦੇਖ ਲਓ, ਕੋਈ ਸੜਕ ਤੇ ਖੜਾ ਪ੍ਰੀਮਿਕਸ ਪਵਾ ਰਿਹਾ, ਕੋਈ ਕਿਤੇ ਮਤਲਬ ਘਾਹ ਕਟਾ ਰਿਹਾ, ਕੋਈ ਕਿਤੇ ਪਲਾਟ ਸਾਫ਼ ਕਰਾ ਰਿਹਾ, ਕੋਈ ਤਹਿਸੀਲਦਾਰ ਦਫ਼ਤਰ ਗਿਆ ਹੋਇਆ। ਇਹ ਐਮਐਲਏ ਦਾ ਕੰਮ ਨਹੀਂ। ਜੇ ਤੁਹਾਨੂੰ ਕੋਈ ਕੰਪਲੇਂਟ ਹੈ, ਤੁਹਾਡੀ ਗਵਰਨਮੈਂਟ ਹੈ, ਤੁਸੀਂ ਐਸਐਸਪੀ ਵਿਜੀਲੈਂਸ ਨੂੰ ਲਾਓ ਫੋਨ, ਉਹਨੂੰ ਕਹਿ ਕਰੋ ਚੈੱਕ ਕਿ ਤੁਹਾਨੂੰ ਆਪਣੇ ਆਫਿਸਰਸ ਤੇ ਭਰੋਸਾ ਹੀ ਹੈ ਨਹੀਂ। ਤੁਸੀਂ ਤਹਿਸੀਲਦਾਰ ਨੂੰ ਕਹੋ, ਐਮਐਲਏ ਕਹੇ ਤੂੰ ਆ ਤੂੰ ਦੱਸ ਕੀ ਹੈ, ਤੁਸੀਂ ਆਪਣੇ ਰੈਵਨਿਊ ਮਿਨਿਸਟਰ ਨੂੰ ਕਹੋ ਵੀ ਸਾਰਾ ਕੁਝ ਸਿਸਟਮ ਪਾਰਦਰਸ਼ੀ ਕਰੇ। ਮੈਂ ਪੁੱਛਣਾ ਚਾਹਾਂਗਾ ਸੰਗਠਨ ਦੇ ਜਿਵੇਂ 3 ਕੁ ਮਹੀਨੇ ਹੋ ਗਏ, ਜਿਵੇਂ ਭਾਰਤ ਭੂਸ਼ਣ ਆਸ਼ੂ ਜੀ ਵੀ ਐਕਟਿੰਗ ਪ੍ਰੈਜ਼ੀਡੈਂਟ ਹੈਗੇ, ਵਰਕਿੰਗ ਪ੍ਰੈਜ਼ੀਡੈਂਟ ਹੈ, ਪਰ ਪਿਛਲੇ 3 ਮਹੀਨਿਆਂ 'ਚ ਗੱਲਬਾਤ ਕਰੀਏ ਤਾਂ ਕਾਂਗਰਸ ਨੇ ਜ਼ਿਲ੍ਹਾ ਲੈਵਲ ਤੇ ਵੀ ਕਿਤੇ ਕੋਈ ਪ੍ਰਧਾਨਗੀਆਂ ਨਹੀਂ ਲਗਾਈਆਂ ਜਾਂ ਕੋਈ ਟੀਮਾਂ ਨਹੀਂ ਬਣਾਈਆਂ। ਔਰ ਜੇ ਗੱਲਬਾਤ ਕਰੀਏ ਤਾਂ ਸ਼ਾਇਦ ਪਿਛਲਾ ਇਲੈਕਸ਼ਨ ਵੱਡੇ ਲੈਵਲ ਤੇ ਹਾਰਨਾ ਵੀ ਇੱਕ ਇਹੀ ਚੀਜ਼ ਦੀ ਕਮੀ ਸੀ, ਕਿਉਂਕਿ ਸੰਗਠਨ ਹੀ ਨਹੀਂ ਸੀ ਪੂਰੇ, ਹਰ ਬੰਦਾ ਆਪਣੇ ਨਿੱਜੀ ਲੈਵਲ ਤੇ ਕੰਮ ਕਰ ਰਿਹਾ ਸੀ ਔਰ ਪਿਛਲੇ 4 ਸਾਲ ਕੋਈ ਸੰਗਠਨ ਨਹੀਂ ਬਣਿਆ। ਇਸ ਸਾਲ ਵੀ ਅੱਜ 3 ਮਹੀਨੇ ਹੋ ਗਏ ਹਾਰਨ ਤੋਂ ਬਾਅਦ, ਆਪਾਂ ਠੀਕ ਹੈ ਪੰਜਾਬ ਪ੍ਰੈਜ਼ੀਡੈਂਟ ਹੈਗਾ, ਵਰਕਿੰਗ ਪ੍ਰੈਜ਼ੀਡੈਂਟ ਹੈਗਾ, ਪਰ ਜੇ ਗੱਲਬਾਤ ਕਰੀਏ ਤਾਂ ਨੀਚੇ ਸ਼ਹਿਰਾਂ ਦੇ ਲੈਵਲ ਤੇ ਸਾਰੇ ਅਸੀਂ ਆ ਇਲੈਕਸ਼ਨ ਕਰਕੇ ਰੁਕਿਆ, ਸਾਰੇ ਨਵੇਂ ਮੈਂਬਰ ਪੀਸੀਸੀ ਬਲਾਕ ਪ੍ਰੈਜ਼ੀਡੈਂਟ ਸਾਰੀ ਟੀਮ ਬਣ ਰਹੀ ਹੈ ਜੀ। ਅੱਗੇ ਸਾਨੂੰ ਪ੍ਰੋਬਲਮ ਹੀ ਆਈ ਹੈ, ਅੱਜ ਜੇ ਕਹਾਂਗੇ ਸ਼ਾਇਦ ਤੁਸੀਂ ਕਹੋਗੇ, ਵੀਵਰਸ ਕਹਿਣਗੇ ਕਿ ਅੱਜ ਜਾਖੜ ਸਾਹਿਬ ਨਹੀਂ ਨਾਲ ਹੈਗੇ ਤਾਂ ਕਹਿ ਰਹੇ ਆ। ਜਾਖੜ ਸਾਹਿਬ ਪ੍ਰਧਾਨ ਰਹੇ ਨੇ, ਜਾਖੜ ਸਾਹਿਬ ਨੇ ਬੋਡੀ ਨਹੀਂ ਬਣਾਈ, ਜਾਖੜ ਸਾਹਿਬ ਦੀ ਕੋਈ ਮੀਟਿੰਗ ਚੱਕ ਲਓ, ਮੀਟਿੰਗ ਕਰਦੇ ਸੀ ਕੈਬਨਿਟ ਮਿਨਿਸਟਰਾਂ ਨਾਲ, ਐਮਐਲਏ ਨਾਲ। ਜੇ ਹਮੇਸ਼ਾ ਸਰਕਾਰ ਦੇ ਵਿੱਚ ਇੱਕ ਪਾਰਟੀ ਕੰਮ ਕਰਦੀ ਹੁੰਦੀ ਹੈ, ਇੱਕ ਐਮਐਲਏ ਕੰਮ ਕਰਦੇ ਜੀ, ਬਿਲਕੁਲ ਪੈਰਲਲ ਕੰਮ ਹੁੰਦੇ, ਇੱਕ ਦੂਜੇ ਤੇ ਚੈੱਕ ਹੁੰਦੇ, ਆਪਣੇ ਆਪਣੀ ਰਿਸਪੌਂਸਿਬਿਲਟੀ। ਤੇ ਜਦੋਂ ਪਾਰਟੀ ਕੇਡਰ ਹੈ ਹੀ ਨਹੀਂ ਤੇ ਪਿਛਲੇ ਸਾਲਾਂ 'ਚ ਇਹੋ ਜਿਹੇ ਹਾਲਾਤ ਬਣ ਗਏ ਸੀ ਵੀ ਐਮਐਲਏ ਪਾਰਟੀ ਹੈ ਤੇ ਐਮਐਲਏ ਸਾਰਾ ਕੁਝ। ਬਿਲਕੁਲ ਠੀਕ ਹੈ। ਸੋ ਕਿਤੇ ਨਾ ਕਿਤੇ ਉਹ ਚੀਜ਼ਾਂ ਦੀ ਡਿਸਟਰਬੈਂਸ ਪੇ ਕਰਨੀ ਪਈ ਹੈ, ਪਰ ਉਹੀ ਸਿਸਟਮਸ ਨੂੰ ਠੀਕ ਕਰ ਰਹੇ ਆ, ਉਸੇ ਚੀਜ਼ਾਂ ਨੂੰ ਰੈਕਟੀਫਾਈ ਕਰ ਰਹੇ ਆ। ਨਵੇਂ ਬੰਦੇ, ਨਵੀਂ ਟੀਮ ਵੀ ਲਿਆਉਣੀ ਪਊਗੀ ਫॉर ਅ ਚੇਂਜ। ਤੁਹਾਨੂੰ ਨਵੇਂ ਚਿਹਰੇ ਇੰਟਰੋਡਿਊਸ ਕਰਨੇ ਪੈਂਦੇ ਆ, ਟਾਈਮ ਟੂ ਟਾਈਮ ਤੁਹਾਨੂੰ ਕੁਝ ਨੂੰ ਰੈਸਟ ਕਰਨਾ ਪੈਂਦਾ ਹੈ। ਤੁਸੀਂ ਪਲੇਇੰਗ 11 ਜਿਵੇਂ ਚੂਜ਼ ਕਰਦੇ ਹੋ 16 ਜੀ, ਤੁਸੀਂ ਕਿਹਨੂੰ ਇਲੈਕਸ਼ਨ 'ਚ ਲਿਆਉਣਾ ਹੈ, ਕਿਹਨੂੰ ਆਰਗੇਨਾਈਜੇਸ਼ਨ ਦਾ ਕੰਮ ਦੇਣਾ ਹੈ। ਸੋ ਉਹ ਚੀਜ਼ਾਂ ਬੜਾ ਵੱਡੇ ਲੈਵਲ ਤੇ ਮੰਥਨ ਚੱਲ ਰਿਹਾ ਸਰ। ਇੱਕ ਆਹੀ ਹਫ਼ਤੇ 10 ਦਿਨਾਂ ਸਾਰਾ ਕੁਝ। ਇੱਕ ਹੋਰ ਵੀ ਸੀਗਾ, ਤੁਸੀਂ ਯੂਥ ਦੀ ਗੱਲ ਕੀਤੀ ਤੇ ਬੜੇ ਲੰਬੇ ਸਮੇਂ ਤੋਂ ਯੂਥ ਦੇ ਜਿਹੜੇ ਇੱਕ ਕਮੇਟੀਆਂ ਬਣੀਆਂ ਸੀ, ਤੁਸੀਂ ਖੁਦ ਯੂਥ ਚੋਂ ਆਏ ਹੋ, ਤੇ ਯੂਥ ਵਿੰਗ ਦੇ ਵੀ ਇਲੈਕਸ਼ਨ ਨਹੀਂ ਹੋਏ, ਜਿਹੜੇ ਕਿ ਅੱਗੇ ਬੜੇ ਜ਼ੋਰੋ ਸ਼ੋਰੋ ਨਾਲ ਹੁੰਦੇ ਸੀ, ਉਹਨੂੰ ਮਿੰਨੀ ਅਸੈਂਬਲੀ ਟਾਈਪ ਵੀ ਕਿਹਾ ਜਾਂਦਾ ਸੀ, ਕਿਉਂਕਿ ਉੱਥੋਂ ਯੂਥ ਹੀ ਅਲਟੀਮੇਟਲੀ ਅਗਲੀ ਨੈਕਸਟ ਜਿਹੜੀ ਪੀੜ੍ਹੀ ਬਣਦਾ ਸੀਗਾ। ਸੋ ਉਹ ਵੀ ਨਹੀਂ ਹੋਏ। ਉਹ ਡਿਊ ਹੈ ਜੀ, ਉਹ 6 ਮਹੀਨੇ ਉਹਦੇ ਰਹਿੰਦਾ ਜਿਹੜੀ ਯੋਗੇਸ਼ ਹੰਡਾ ਜਿਵੇਂ ਆਪਣੇ ਲੁਧਿਆਣੇ ਦਾ ਪ੍ਰਧਾਨ ਸੀ, ਬਰਿੰਦਰ ਢਿੱਲੋਂ ਸਟੇਜ ਪ੍ਰੈਜ਼ੀਡੈਂਟ ਨੇ, ਉਹ ਹੈਗਾ। ਤੁਸੀਂ ਦੇਖੋ ਕਾਂਗਰਸ ਤਾਂ ਐ ਮੌਕੇ ਦਿੰਦੀ, ਅਸੀਂ ਇਹਨਾਂ ਮੰਗਣ ਤਕਾਵਾ ਨਹੀਂ ਕਰਦੇ। ਜਿਹੜਾ ਲੁਧਿਆਣੇ ਦਾ ਪ੍ਰੈਜ਼ੀਡੈਂਟ ਸੀਗਾ ਯੋਗੇਸ਼ ਹੰਡਾ, ਲੋਕ ਸਭਾ ਦਾ ਇਲੈਕਟਡ ਪ੍ਰੈਜ਼ੀਡੈਂਟ ਹੈ, ਉਹਨੂੰ ਆਲ ਇੰਡੀਆ ਦਾ ਜੁਆਇੰਟ ਸੈਕਟਰੀ ਬਣਾਇਆ ਕਾਂਗਰਸ ਦਾ, ਕਿਉਂਕਿ ਉਹਦੀ ਵਰਕਿੰਗ ਦੇਖ ਕੇ ਕਿਸੇ ਦੀ ਕੋਈ ਨਹੀਂ। ਐਂਡ ਸ਼ਾਇਦ ਉਹਨੂੰ ਵੀ ਨਾ ਪਤਾ ਹੋਏ, ਸ਼ਾਇਦ ਉਹਨੂੰ ਸੱਦ ਕੇ ਕੋਈ ਇੰਟਰਵਿਊ ਵਗੈਰਾ ਕੋਈ ਹੋਈ ਹੋਏ, ਬਟ ਕਿਸੇ ਨੂੰ ਨਹੀਂ ਸੀ ਪਤਾ। ਉਹਨੂੰ ਉੱਥੋਂ ਹਾਈ ਕਮਾਂਡ ਨੇ ਉਹਨੂੰ ਉੱਥੇ ਦੀ ਜ਼ਿੰਮੇਵਾਰੀ ਵੀ ਦਿੱਤੀ ਹੈ। ਸੋ ਅਸੀਂ ਤਾਂ ਹਮੇਸ਼ਾ ਲੀਡਰਸ਼ਿਪ ਬਿਲਡ ਕਰਨ 'ਚ ਵਿਸ਼ਵਾਸ ਰੱਖਦੇ ਹਾਂ, ਚੰਗੇ ਪੜ੍ਹੇ ਲਿਖੇ ਮਿਹਨਤੀ ਇਮਾਨਦਾਰ ਬੰਦਿਆਂ ਨੂੰ ਲਿਆਉਣ 'ਚ ਵਿਸ਼ਵਾਸ ਰੱਖਦੇ ਹਾਂ, ਤੇ ਸਾਡਾ ਤਾਂ ਉਹਦੇ 'ਚ ਐਫਰਟ ਜਾਰੀ ਹੈ। ਇੱਕ ਆਖਰੀ ਕੁਐਸਚਨ ਮੈਂ ਪੁੱਛਣਾ ਚਾਹਾਂਗਾ, ਤੁਸੀਂ ਇੱਕ ਹਿੰਟ ਦਿੱਤਾ ਕਿ ਸਾਡੇ ਤੇ ਲੀਡਰਸ਼ਿਪ ਉੱਪਰਲੇ ਪਾਸੇ ਬਹੁਤ ਹੈਵੀ ਸੀਗੀ, ਸੋ ਹੁਣ ਕਿਤੇ ਨਾ ਕਿਤੇ
ਕਾਫੀ ਛਟਾਈ ਵੀ ਹੋ ਗਈ, ਆਪੇ ਇੱਧਰ ਉੱਧਰ ਚਲੇ ਗਏ। ਸੋ ਇਹ ਵੀ ਸਮਝਿਆ ਜਾਏ ਕਿ ਆਉਣ ਵਾਲੇ ਜਿਹੜੇ ਕਾਉਂਸਲਰ ਦੇ ਇਲੈਕਸ਼ਨ 'ਚ ਹੈ ਉਸ 'ਚ ਇੱਕ ਵਾਰੀ ਫੇਰ ਬਹੁਤ ਸਾਰੇ ਯੂਥ ਨੂੰ, ਨਵੇਂ ਚਿਹਰਿਆਂ ਨੂੰ ਮੌਕਾ ਮਿਲੇਗਾ, ਜਿਵੇਂ ਹੈਵੀ ਪੰਨ ਨੂੰ ਛਟਾਈ ਹੋਏਗੀ। ਬਿਲਕੁਲ ਬਿਲਕੁਲ, ਬਹੁਤ ਚੇਂਜਸ, ਮੇਜਰ ਚੇਂਜਸ ਹੋਣਗੇ ਕਾਉਂਸਲਰਸ 'ਚ। ਕਈਆਂ ਨੂੰ ਰੈਸਟ ਵੀ ਕੀਤਾ ਜਾਊਗਾ, ਕਈ ਜਗ੍ਹਾ ਨਵੇਂ ਬੰਦੇ ਵੀ ਆਉਣਗੇ ਤੇ ਜਿਹੜੇ ਵਿਨਿੰਗ ਵਾਲੇ ਕਹਿਣਗੇ ਕਿ ਸਾਡਾ, ਅਸੀਂ ਤਾਂ ਜਿੱਤੇ ਹੋਏ ਆ, ਸਾਡਾ ਕੀ ਕਸੂਰ ਹੈ। ਸਰ ਜਿਹੜਾ ਲੱਗਦਾ ਉਹਨਾਂ ਨੂੰ ਐਡਜਸਟਮੈਂਟ ਕਿੱਥੇ ਕਰਾਂਗੇ? ਆਰਗੇਨਾਈਜੇਸ਼ਨ 'ਚ ਕਰ ਲਾਂਗੇ, ਕੋਈ ਹੋਰ ਰਿਸਪੌਂਸਿਬਿਲਿਟੀ ਦੇ ਲਾਂਗੇ ਜੀ। ਇਹ ਪਰ ਪਿਛਲੇ ਸਾਲਾਂ 'ਚ ਤਾਂ ਇਹੋ ਜਿਹੇ ਰੋਪ ਲੱਗਦੇ ਰਹੇ ਕਿ ਚਹੇਤਿਆਂ ਨੂੰ ਹੀ ਸਾਰੀਆਂ ਆਈਸਕ੍ਰੀਮਾਂ ਵੰਡੀਆਂ ਗਈਆਂ ਜਾਂ ਲੋਲੀਪੌਪ ਦਿੱਤੇ ਗਏ। ਹਮੇਸ਼ਾ ਚੀਜ਼ ਇੱਕ ਹੁੰਦੀ ਹੈ ਜੀ, ਜਦੋਂ ਤੁਸੀਂ ਸਰਕਾਰ 'ਚ ਹੁੰਦੇ ਹੋ ਹਮੇਸ਼ਾ ਇਹਨਾਂ ਚੀਜ਼ਾਂ ਦੇ ਰੌਲੇ ਪੈਂਦੇ ਨੇ, ਕਿਉਂਕਿ ਜਿਨ੍ਹਾਂ ਨੂੰ ਨਹੀਂ ਮਿਲਦਾ ਕਿ ਉਹ ਸਭ ਤੋਂ ਸੌਖਾ ਤਰੀਕਾ ਹੁੰਦਾ ਕਹਿਣ ਦਾ ਵੀ ਐ ਹੋ ਗਿਆ ਜੀ, ਵਿਕ ਗਿਆ। ਹੁਣ ਤੁਸੀਂ, ਮੈਂ ਆਪਣੀ ਉਦਾਹਰਨ ਦਿੰਦਾ ਤੁਹਾਨੂੰ, ਮੈਨੂੰ ਸਾਊਥ ਤੋਂ ਟਿਕਟ ਮਿਲੀ, ਲੋਕ ਕਹਿੰਦੇ ਕਾਂਗਰਸ ਟਿਕਟ ਐ, ਮੈਂ ਇੱਕ ਦਿਨ ਵੀ ਚੰਡੀਗੜ੍ਹ ਨਹੀਂ ਗਿਆ, ਇੱਕ ਦਿਨ ਵੀ ਦਿੱਲੀ ਨਹੀਂ ਗਿਆ, ਮੈਨੂੰ ਮੇਰੀ ਟਿਕਟ। ਪਰ ਕਹਿੰਦੇ ਤੁਸੀਂ ਭਾਰਤ ਭੂਸ਼ਣ ਆਸ਼ੂ ਜੀ ਦੇ ਘਰ ਰੋਜ਼ ਗਏ ਪਿਛਲੇ 4 ਸਾਲ। ਉਹ ਤਾਂ ਰੂਟੀਨ 'ਚ, ਮੇਰੀ ਗੱਲ ਸੁਣੋ, ਮੇਰਾ ਦੋਸਤ ਉਹਨਾਂ ਨਹੀਂ ਦਵਾਏ ਕਹਿੰਦੇ। ਤਾਂ ਫਿਰ ਮੇਰੀ ਦੇਖੋ, ਕਿਸੇ ਦੀ ਕੋਈ ਪੈਰਵਾਈ ਤਾਂ ਕਰਦਾ ਹੀ ਹੈ ਨਾ ਜੀ। ਕੋਈ ਮੇਰਾ ਕੇਸ ਕੋਈ ਤਾਂ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਨਾ, ਅਸੀਂ ਚੰਡੀਗੜ੍ਹ ਤਾਂ ਉਹੀ ਬੈਠੇ ਹੁੰਦੇ ਸੀਗੇ। ਫਿਰ ਸਰ ਇਹ ਨਾ ਕੋ ਉਹੀ ਲੋਕੀ ਕਹਿੰਦੇ ਆ ਨਾ ਕਿ ਅੱਗੇ ਇਹ ਹੁੰਦਾ ਸੀ ਕਿ ਕਾਂਗਰਸ ਦੀ ਟਿਕਟਾਂ ਲਈ 2-2 ਮਹੀਨੇ ਤੁਹਾਨੂੰ ਦਿੱਲੀ ਕੈਂਪ ਕਰਨਾ ਪੈਂਦਾ ਸੀ, 2-2 ਮਹੀਨੇ ਤੁਸੀਂ ਉੱਥੇ ਕਰਦੇ ਸੀ। ਹੁਣ ਤੁਹਾਡੀ ਲੀਡਰਸ਼ਿਪ ਮੈਂਬਰ ਪਾਰਲੀਮੈਂਟ ਨੇ ਸਿਕਿਉਰ ਕਰਤੀ ਜੀ, ਤੁਹਾਡੇ ਲੋਕਲ ਮੰਤਰੀ ਨੇ ਸਿਕਿਉਰ ਕਰਤੀ ਜੀ, ਤੁਹਾਡੀ ਆਰਗੇਨਾਈਜੇਸ਼ਨ ਨੇ ਕਰਤੀ, ਤਿੰਨਾਂ ਨੇ ਕਰਤੀ ਤੇ ਟਿਕਟ ਕਲੀਅਰ ਹੋ ਗਈ ਜੀ। ਸਾਡੇ ਤਾਂ ਬੜਾ ਸਿੰਪਲ ਫੰਡਾ ਰਿਹਾ ਕਿ ਵੀ ਤੁਹਾਡਾ ਮੈਂਬਰ ਪਾਰਲੀਮੈਂਟ ਕਰ ਲਓ, ਤੁਹਾਡਾ ਜਿਹੜਾ ਲੋਕਲ ਮੰਤਰੀ ਹੈ, ਸੀਨੀਅਰ ਮੋਸਟ ਲੀਡਰ ਹੈ, ਉਹ ਕਰ ਦੇਣ ਤੇ ਤੁਹਾਡੀ ਆਰਗੇਨਾਈਜੇਸ਼ਨ ਤੁਹਾਨੂੰ ਸਪੋਰਟ ਕਰਦਾ, ਤੁਸੀਂ ਕਲੀਅਰ। ਸੋ ਐਂਡ ਜੇ ਹੁਣ ਕੀ ਕਹਿਣਾ ਚਾਹੋਗੇ ਲੋਕਾਂ ਨੂੰ, ਕੀ ਮੈਸੇਜ ਦੇਵੋਗੇ? ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਵੀ ਕਾਂਗਰਸ ਦੀ ਨੀਅਤ ਮਾੜੀ ਨਹੀਂ ਹੈਗੀ। ਠੀਕ ਹੈ, ਕਈ ਵਾਰੀ ਵਿੱਚ ਬੰਦੇ ਮਾੜੇ ਹੋ ਸਕਦੇ ਨੇ, ਪਰ ਜਿਹੜੀ ਟੀਮ ਹੈ, ਜਿੰਨੀ ਸ਼ਿੱਦਤ ਨਾਲ, ਖਾਸ ਤੌਰ ਤੇ ਲੁਧਿਆਣੇ ਲਈ ਵੀ ਲੀਡਰਸ਼ਿਪ ਨੇ ਸਾਡੀ ਨੇ ਮਿਹਨਤ ਕੀਤੀ ਹੈ, ਤੇ ਜਿਵੇਂ ਅਸੀਂ ਹਮੇਸ਼ਾ ਨਵੇਂ ਬੰਦਿਆਂ ਨੂੰ ਵੀ ਚਾਂਸ ਦਿੱਤਾ ਹੈ, ਸਾਡੀ ਨੀਅਤ ਮਾੜੀ ਨਹੀਂ ਕੀ। ਸਾਡੇ ਤੇ ਭਰੋਸਾ ਰੱਖੋ। ਪੰਜਾਬ ਲਈ ਸੈਕੂਲਰ ਪਾਰਟੀ ਦਾ ਤਾਕਤ ਚਾਉਣਾ ਬਹੁਤ ਜ਼ਰੂਰੀ ਹੈ। ਆਪਾਂ ਦੇਖ ਲਿਆ ਇਹ ਸਾਰੇ, ਇੱਕ ਪਾਸੇ ਤੁਸੀਂ ਹੱਸੋਗੇ, ਹੁਣ ਮਾਨ ਸਾਹਿਬ ਕਹਿ ਦਿੰਦੇ ਆ ਵੀ 3 ਵਜੇ ਇੱਕ ਮੰਤਰੀ ਦੇ ਘਰੇ ਰੇਡ ਕਰਕੇ, ਮੈਂ ਕਿਹਾ ਚੱਕ ਲਓ, ਨਹੀਂ ਤਾਂ 4 ਵਜੇ ਨੇ ਬੀਜੇਪੀ ਚਲੇ ਜਾਣਾ ਸੀ। ਉਦੋਂ ਕਿਹਾ ਬਾਜਵਾ ਜੀ ਨੇ ਵੀ 4 ਵਜੇ ਬੀਜੇਪੀ ਚਲੇ ਜਾਣਾ ਕਿ ਮੈਕਸੀਕੋ ਦਾ ਬਾਰਡਰ ਟੱਪ ਗਏ, ਵੀ ਕੋਈ ਵੀਜ਼ਾ ਅੱਡ ਲੱਗ ਗਿਆ। ਮਤਲਬ ਤੁਸੀਂ, ਪਰ ਉਹਦੇ ਵਿੱਚ ਤਾਂ ਆਪਣੇ ਗਏ, ਤੁਹਾਡੇ ਹੀ ਗਏ ਸਰ, ਉਹ ਐਂ ਹੀ ਭਜਾ ਰਹੇ ਨੇ ਨਾ, ਐਂ ਹੀ ਇਹਨਾਂ ਦਾ ਐਫਰਟ ਹੋ ਰਿਹਾ। ਨਹੀਂ, ਪਰ ਜੇ ਆਪਾਂ ਕੰਮ ਹੀ ਗਲਤ ਨਹੀਂ ਕੀਤਾ ਕੋਈ, ਫਿਰ ਆਪਾਂ ਡਰੇ ਹੋ ਕਿਉਂ? ਹੁਣ ਜੇ ਤੁਸੀਂ ਵੀ ਕਮਜ਼ੋਰ ਦਿਲ ਦੇ, ਕਈ ਬੰਦੇ ਕਮਜ਼ੋਰ ਦਿਲ ਦੇ ਹੁੰਦੇ ਨੇ, ਤੁਸੀਂ ਕੀ ਕਰ ਸਕਦੇ ਹੋ? ਹਰ ਬੰਦੇ ਦੀ ਤਸਵੀਰ, ਗਲਤ ਕੰਮ ਨਹੀਂ ਕੀਤਾ, ਤੁਸੀਂ ਬੰਦੇ ਨੂੰ ਫੜ ਕੇ ਲੈ ਗਏ, ਉਹਨੂੰ ਕੈਮਰਿਆਂ ਮੂਹਰੇ ਕਰਤਾ, ਉਹਦੀ ਬੇਇੱਜ਼ਤੀ ਵੀ ਕਰਦੇ। ਕਾਂਗਰਸ ਤਾਂ ਗਾਂਧੀ ਦੀ, ਨਹਿਰੂ ਦੀ ਪਾਰਟੀ ਰਹੀ ਹੈ, ਜਿਨ੍ਹਾਂ ਨੇ ਜੇਲਾਂ ਕੱਟੀਆਂ, ਉਹ ਕਦੋਂ ਤੋਂ ਉਹਨਾਂ ਦੇ ਬੰਦੇ ਇੰਨੇ ਸੌਫਟ, ਤੁਸੀਂ ਇੰਨੇ ਨਰਮ ਦਿੱਤੀ, ਤੁਸੀਂ ਗੱਲ ਤਾਂ ਪੂਰੀ, ਤੁਸੀਂ ਬੰਦੇ ਨੂੰ ਟੈਨਿਸ਼ ਕਰਤਾ ਤੇ ਬੰਦਾ ਉਸ ਤੋਂ ਬਾਅਦ ਬਰੀ ਹੋ ਗਿਆ, ਤੇ ਜਿਹੜਾ ਉਹਦਾ ਕਰੈਕਟਰ ਅਸੈਸੀਨੇਸ਼ਨ ਹੋਇਆ ਉਹਨੂੰ ਕੌਣ ਪੇ ਕਰੂਗਾ ਜੀ? ਤੁਸੀਂ ਬਿਨਾਂ ਇਨਵੈਸਟੀਗੇਸ਼ਨ ਤੋਂ ਅੱਜ ਚੱਕ ਕੇ ਕਿਸੇ ਨੂੰ ਸਿਰਫ ਟੈਨਿਸ਼ ਕਰਨ ਲਈ, ਜਿਹਨੂੰ ਆਪਾਂ ਪੋਲੀਟੀਕਲ ਵੈਂਡੇਟਾ ਕਹਿੰਦੇ ਆ, ਤੁਸੀਂ ਕਿਸੇ ਨੂੰ ਇਨਵੈਸਟੀਗੇਟ ਕਰੋ, ਕਿਸੇ ਦਾ ਕੋਈ ਕਸੂਰ ਆਉਂਦਾ ਰੱਖ ਕੇ ਟੰਗ ਦਿਓ ਜੀ, ਅਸੀਂ ਸਪੋਰਟ ਕਰਾਂਗੇ, ਅਸੀਂ ਗਵਰਨਮੈਂਟ ਦਾ ਸਪੋਰਟ ਕਰਾਂਗੇ, ਹਾਂ ਵੀ ਕਰੋ। ਕੌਣ ਨਹੀਂ ਚਾਹੁੰਦਾ? ਖਾਸ ਤੌਰ ਤੇ ਯੰਗਸਟਰ ਤਾਂ ਜਿਹੜੇ ਅਸੀਂ ਆਏ ਆ, ਅਸੀਂ ਲੋਕਾਂ ਨੇ ਆਪਣੀਆਂ ਡਿਗਰੀਆਂ ਕੀਤੀਆਂ ਨੇ, ਮੈਂ ਇੰਜੀਨੀਅਰਿੰਗ ਕਰਕੇ, ਜੇ ਮੈਨੂੰ ਇੱਕ ਸ਼ੌਕ ਹੈ ਪੋਲਿਟਿਕਸ ਦਾ, ਤੇ ਮੈਂ ਸਮਾਜ ਸੇਵਾ 'ਚ ਲੱਗਿਆ ਹੋਇਆ, ਮੈਂ ਇੱਧਰ ਆਪਣਾ ਇੰਟਰਸਟ ਪਰਸਿਊ ਕਰ ਰਿਹਾ, ਤੇ ਮੈਂ ਵੀ ਕਿਤੇ ਬਾਹਰ ਜਾ ਕੇ ਮਤਲਬ $1,00,000 ਦੀ, £1,00,000 ਦੀ ਸਾਲ ਦੀ, ਮੈਂ ਵੀ ਆਪਣੀ ਆਰਾਮ ਨਾਲ ਨੌਕਰੀ ਕਰਦਾ, ਮੈਨੂੰ ਕੀ ਸੀ ਜੀ? ਤੇ ਮੈਂ ਵੀ ਇੱਥੇ ਇੰਡੀਆ 'ਚ ਰਹਿ ਕੇ ਆਪਣੇ ਆਪ ਨੂੰ ਪਰਸਿਊ ਕਰ ਰਿਹਾ, ਆਪਣੀ ਹੌਬੀ ਹੈ, ਮੇਰਾ ਇੱਕ ਸ਼ੌਕ ਹੈ, ਤੇ ਆਪਾਂ ਉਹਨੂੰ ਪਰਸਿਊ ਕਰ ਰਹੇ ਹਾਂ, ਤੇ ਮਤਲਬ ਕਿਉਂ ਨਾ ਉਹਨੂੰ। ਸੋ ਇਹ ਚੀਜ਼ ਹੈ ਜੀ, ਲੋਕਾਂ ਨੂੰ ਸਮਝਣਾ ਚਾਹੀਦਾ। ਕਾਂਗਰਸ ਦੀ ਸਾਫ਼ ਸੁਥਰੀ ਲੀਡਰਸ਼ਿਪ ਹੈ, ਹਮੇਸ਼ਾ ਲੋਕਾਂ ਦੇ ਨਾਲ ਖੜੂਗੀ, ਸਾਡੇ ਤੇ ਭਰੋਸਾ ਰੱਖਣ, ਅਸੀਂ ਭਰੋਸਾ ਟੁੱਟਣ ਨਹੀਂ ਦਿਆਂਗੇ। ਇੱਕ ਆਖਰੀ ਕੁਐਸਚਨ ਹੈ, ਇੱਕ ਇਹ ਜਿਹੜਾ ਮਾਹੌਲ ਲੱਗ ਰਿਹਾ ਜੋ ਇਸ ਟਾਈਮ ਕਾਂਗਰਸ ਦਾ, ਪੂਰੀ ਪੰਜਾਬ ਦੀ ਪੋਲਿਟਿਕਸ ਦਾ ਲੱਗ ਰਿਹਾ, ਇਹ ਨਹੀਂ ਲੱਗ ਰਿਹਾ ਕਿ ਜਿਹੜਾ ਬੰਦੇ ਤੇ ਸੈਂਟਰ ਵੱਲੋਂ
ਪੈਂਦਾ ਪੰਗਾ ਉਹਨੂੰ ਕਹਿੰਦੇ ਸੈਂਟਰ ਤੇ ਵੀ ਰੋਕ ਲੱਗਦੇ ਕਿ ਸੈਂਟਰ ਦੀਆਂ ਏਜੰਸੀਆਂ ਜਿਹੜੀ ਹੈਗੀਆਂ ਡਰਾਉਂਦੀਆਂ ਹੈਗੀਆਂ। ਇੱਕ ਪਾਸੇ ਹੋ ਗਿਆ ਲੜਾਈ 'ਚ ਆਮ ਆਦਮੀ ਪਾਰਟੀ, ਹੁਣ ਦੋਨਾਂ ਦੀ ਲੜਾਈ 'ਚ ਜੇ ਤਾਂ ਸੈਂਟਰ ਦਬਕਾ ਮਾਰੇ ਉਹ ਆਮ ਆਦਮੀ 'ਚ ਘੁਸ ਜਾਂਦਾ, ਉੱਥੇ ਜਾ ਕੇ ਵਾਸ਼ਿੰਗ ਪਾਊਡਰ 'ਚ ਸਾਫ਼ ਸੁਥਰਾ ਹੋ ਜਾਂਦਾ। ਜੇ ਹੁਣ ਆਮ ਆਦਮੀ ਪਾਰਟੀ ਨੇ ਕਿਸੇ ਤੇ ਵਿਜੀਲੈਂਸ ਬਾਤ ਹੋ ਕਹਿੰਦੇ ਮੈਂ ਸੈਂਟਰ 'ਚ ਚੱਲਾ, ਮਤਲਬ ਜੇ ਮੈਕਸੀਕੋ ਬਾਰਡਰ ਉੱਧਰ ਹੈ ਤੇ ਉੱਧਰਲੇ ਪਾਸੇ ਵੀ ਤਾਂ ਹੈ, ਉਹ ਹੈ ਤਾਂ ਬਾਰਡਰ ਹੀ। ਸਰ ਬਿਲਕੁਲ, ਜਿਹੜਾ ਦਲੇਰ ਹੈ, ਜਿਹੜਾ ਠੀਕ ਹੈ, ਜਿਹੜਾ ਅਪਰਾਈਟ ਹੈ ਬੰਦਾ, ਉਹ ਕਦੀ ਨਹੀਂ ਡਰਦਾ, ਉਹ ਫੇਸ ਕਰਦਾ ਸਾਰਾ ਕੁਝ। ਚੰਗਾ ਕਾਂਗਰਸ ਜਿਹੜੇ ਨਹਿਰੂ ਗਾਂਧੀ ਦੀ ਟ੍ਰੈਡੀਸ਼ਨ ਵਾਲੀ ਕਾਂਗਰਸ ਬਣ ਕੇ ਨਿਕਲੂਗੀ। ਜਿਹੜੇ ਕਮਜ਼ੋਰ ਦਿਲ ਦੇ ਆ, ਬਿਲਕੁਲ ਸਾਡੀ ਹਾਈ ਕਮਾਂਡ ਨੇ ਅੱਗੇ ਵੀ ਕਿ ਅਸੀਂ ਹੁਣ ਕਹਿੰਦੇ ਆ ਬਿਲਕੁਲ ਛੱਡ ਜਾ, ਸਾਨੂੰ ਕੋਈ ਨਹੀਂ, ਅਸੀਂ ਨਵੀਂ ਲੀਡਰਸ਼ਿਪ ਬਿਲਡ ਕਰ ਲਾਂਗੇ। ਪਰ ਸਾਡੇ ਨਾਲ ਬਿਲਕੁਲ ਅਪਰਾਈਟ ਬੰਦੇ ਚਾਹੀਦੇ ਆ, ਸਾਡੇ ਨਾਲ ਜਿਹੜੀ ਓਨੈਸਟੀ ਨਾਲ ਅਸੀਂ ਕੰਮ ਕਰਦੇ ਆ, ਸਾਡੇ ਨਾਲ ਸਾਡੀ ਫ੍ਰੀਕੁਐਂਸੀ ਤੇ ਕੰਮ ਕਰਨ ਵਾਲੇ ਬੰਦੇ ਚਾਹੀਦੇ। ਠੀਕ ਹੈ ਸਰ, ਧੰਨਵਾਦ ਜੀ। ਸੋ ਦੋਸਤੋ, ਇਹ ਸੀਗੇ ਸਰਦਾਰ ਈਸ਼ਵਰਜੋਤ ਚੀਮਾ ਜੀ, ਜਿਹੜੇ ਲੁਧਿਆਣਾ ਤੋਂ ਹਲਕਾ ਸਾਊਥ ਤੋਂ ਜੀ ਹਾਂ ਇੰਚਾਰਜ ਹੈਗੇ ਆ ਕਾਂਗਰਸ ਦੇ ਵਿੱਚੋਂ। ਸੋ ਇਹਨਾਂ ਨੇ ਕਿਹਾ, ਬੜੇ ਸਵਾਲਾਂ ਦੇ ਜਵਾਬ ਇਹਨਾਂ ਨੇ ਦਿੱਤੇ ਆ ਔਰ ਇਹਨਾਂ ਨੇ ਬੜਾ ਕਲੀਅਰ ਕਿਹਾ ਕਿ ਭਾਈ ਇਹ ਜਿਹੜਾ ਇਲੈਕਸ਼ਨਾਂ ਦਾ ਰਿਜ਼ਲਟ ਨਿਕਲਿਆ ਸੰਗਰੂਰ ਦੇ ਜਿਮਣੀ ਚੋਣਾਂ ਦਾ, ਉਹਨੇ ਬੜੇ ਸਾਰੇ ਮੈਸੇਜ ਦਿੱਤੇ ਆ। ਇੱਕੋ ਹੀ ਤੀਰ ਦੇ ਨਾਲ ਬਹੁਤ ਸਾਰੇ ਜਨਤਾ ਨੇ ਜਵਾਬ ਦੇ ਦਿੱਤੇ ਆ। ਸੋ ਹਰ ਰਾਜਨੀਤਿਕ ਪਾਰਟੀ ਨੂੰ, ਰਾਜਨੇਤਾ ਨੂੰ ਸਮਝਣ ਦੀ ਲੋੜ ਹੈ ਕਿ ਇਸ ਤੋਂ ਬਾਅਦ ਹੁਣ ਅਗਲੀ ਰਣਨੀਤੀ ਕਿੱਦਾਂ ਦੀ ਹੋਏਗੀ। ਫਿਰ ਉਹ ਹਰ ਪਾਰਟੀ ਨੂੰ ਆਪਣੀ ਰਣਨੀਤੀ ਨਵੀਂ ਤਿਆਰ ਕਰਨੀ ਪਏਗੀ, ਫਿਰ ਚਾਹੇ ਉਹ ਭਗਵੰਤ ਮਾਨ ਦੀ ਆਪਣੀ ਸਰਕਾਰ ਹੀ ਕਿਉਂ ਨਾ ਹੋਵੇ। ਏਦਾਂ ਹੀ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਾਣੇ ਤੈਸ਼ੀ। ਧੰਨਵਾਦ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।